ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਹਰ ਗੋਬਿੰਦ ਸ਼ੁਭ ਮਤ ਪਰ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸ਼ਨ ਸੋਏ। ਦੋਹਰਾ ਇਕ ਦਿਨ ਗੁਰ ਕੈ ਸਭਾ ਮੈਂ ਸ਼੍ਰੀ ਅਰਜਨ ਕੀ ਰਹਿਤ ਕਲ ਮਹਿਮਾ ਸੁਖ ਮਨੀ ਬਹੁ ਜਪ ਜੀ ਮਹਿਮਾ ਮਹਿਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਬੜਾਈ ਜੋ ਤੂੰ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ 부ਝਾਈ ਜੈਸੇ ਸੱਚ ਮੈਂ ਰਹੂੰ ਰਜਾਈ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਦਇਆ ਨਿਧ ਅੰਤਰਯਾਮੀ ਭਗਤ ਵਛਲ ਦੀਨ ਦਿਆਲ ਸਤਿਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਜੁਗੋ ਜੁਗ ਅਟਲ ਸ਼ਬਦ ਗੁਰਮੂਰਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਹਜ਼ੂਰੀ 'ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਨਿਤਾ ਪ੍ਰਤੀ ਦਸਮੇਸ਼ ਪਿਤਾ ਸਰਬੰਸਦਾਨੀ ਸਾਹਿਬੇ ਕਮਾਲ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇਗ ਔਰ ਤੇਗ ਕੇ ਧਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ।
ਕਲਗੀਧਰ ਪਾਤਸ਼ਾਹ ਦੇ ਸਮਕਾਲੀ ਮਹਾਰਾਜ ਜੀ ਦੇ ਦਰਬਾਰ ਦੇ ਵਿਦਵਾਨ ਕਵੀ 52 ਕਵੀਆਂ ਦਾ ਵਿੱਚ ਜ਼ਿਕਰ ਹੈ, ਜਿਹਦੇ ਵਿੱਚ ਪਿੱਛੇ ਭਾਈ ਧੰਨਾ ਸਿੰਘ ਜੀ ਵੱਲੋਂ ਉਚਾਰਨ ਕੀਤੀ ਹੋਈ ਇੱਕ ਪਵਿੱਤਰ ਕਵਿਤਾ ਜੋ ਸਤਿਗੁਰਾਂ ਦੀ ਸੇਵਾ ਟਹਿਲ ਕਰਦਿਆਂ ਉਹਨਾਂ ਦੇ ਅੰਦਰ ਫੁਰੀ ਹੈ, ਕਵੀ ਚੰਦਨ ਦੇ ਹੰਕਾਰ ਨੂੰ ਤੋੜਨ ਵਾਸਤੇ ਉਚਾਰਨ ਕੀਤੀ ਗਈ। ਉਹਦੇ ਅਰਥ ਆਪ ਜੀ ਨੇ ਪਿੱਛੇ ਸਰਵਣ ਕੀਤੇ ਹਨ। ਮੇਨ ਮਰੇ ਜਲ ਕੇ ਪਰਸੇ, ਕਬਹੂ ਨਾ ਮਰੇ ਜਲ ਦੂਰ ਪਰਾਏ। ਇਹਦੇ ਵਿੱਚ ਜਿਹੜਾ ਵਿਸ਼ਰਾਮ ਸੀ ਉਹ ਕਬਹੂ ਨਾ ਤੇ ਲਾ ਕੇ ਇਸ ਕਵਿਤਾ ਦੇ ਛੰਦ ਨੂੰ ਬੜੇ ਸੋਹਣੇ ਢੰਗ ਨਾਲ ਇਹਦੇ ਵਿੱਚ ਇੱਕ ਪ੍ਰਕਾਰ ਦੀ ਬੁਝਾਰਤ ਪਾ ਕੇ ਭਾਈ ਧੰਨਾ ਸਿੰਘ ਜੀ ਨੇ ਕਵਿਤਾ ਉਚਾਰਨ ਕੀਤੀ ਹੈ। ਵਿਸਥਾਰ ਸਹਿਤ ਪਿੱਛੇ ਆਪ ਜੀ ਨੇ ਇਹ ਕਥਾ ਸਰਵਣ ਕੀਤੀ ਹੈ। ਕਲਗੀਧਰ ਦੇ ਪਾਵਨ ਦਰਬਾਰ ਵਿੱਚ ਹੋਰ ਵੀ ਬੜੇ ਬੜੇ ਵਿਦਵਾਨ ਕਵੀ ਜਿਹੜੇ ਨੇ, ਬ੍ਰਿਜ ਲਾਲ ਵਰਗੇ, ਪਿੰਡੀ ਲਾਲ ਵਰਗੇ, ਇਹ ਮਹਾਰਾਜ ਜੀ ਦੇ 52 ਕਵੀਆਂ ਚੋਂ ਇੱਕ ਸਨ। ਇਹਨਾਂ ਸਾਰੇ ਕਵੀਆਂ ਦੇ ਸਿਰਮੌਰ ਦੀਵਾਨੇ ਗੋਇਆ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਹਨ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਨੇ ਕਲਗੀਧਰ ਦੇ ਪਾਵਨ ਸਰੂਪ ਨੂੰ ਜਿਸ ਸਰੂਪ ਦੇ ਨਾਲ ਤੱਕਿਆ ਹੈ, ਉਹ ਇੱਕ ਸਿੱਖ ਦਾ ਨਜ਼ਰੀਆ ਹੈ। ਕਲਗੀਧਰ ਦੇ ਸਰੂਪ ਨੂੰ ਵੇਖਣ ਲਈ ਭਾਈ ਨੰਦ ਲਾਲ ਜੀ ਦੀ ਦ੍ਰਿਸ਼ਟੀ ਦੀ ਵਰਤੋਂ ਕਰਨੀ ਚਾਹੀਏ ਕਿ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਲਗੀਧਰ ਜੀ ਨੂੰ ਕੀ ਵੇਖਦੇ ਨੇ। ਉਹਨਾਂ ਨੂੰ ਕੇਵਲ ਮਹਾਰਾਜ ਜੀ ਦਾ ਸਰੀਰ ਨਜ਼ਰ ਨਹੀਂ ਆਉਂਦਾ, ਉਹਨਾਂ ਨੂੰ ਕਲਗੀਧਰ ਪਾਤਸ਼ਾਹ ਦੀ ਉਹ ਜੋਤ ਨਜ਼ਰ ਆਉਂਦੀ ਹੈ ਜਿਹੜੀ ਸੰਸਾਰ ਦੇ ਹਰ ਜਿਸਮ ਵਿੱਚ, ਹਰ ਸਰੀਰ ਦੇ ਵਿੱਚ ਵਸੀ ਹੋਈ ਹੈ। ਜਦੋਂ ਉਸ ਜੋਤ ਨੂੰ ਵੇਖਦੇ ਨੇ ਤਾਂ ਵੇਖ ਕੇ ਕਹਿੰਦੇ ਨੇ, ਨੂਰ ਹਰ ਦਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ। ਸਤਿਗੁਰੂ ਕਲਗੀਧਰ ਦੀ ਜਿਹੜੀ ਰੂਹ ਹੈ ਉਹ ਮਾਨੋ ਸੰਸਾਰ ਦੇ ਸਮਸਤ ਜੀਵਾਂ ਦੇ ਸਰੀਰਾਂ ਦੇ ਵਿੱਚ ਵਸਦੀ ਹੈ। ਕਲਗੀਧਰ ਕੇਵਲ ਕਲਗੀਧਰ ਦਾ ਸਰੀਰ ਰੂਪ ਕਰਕੇ ਨਹੀਂ ਵਰਤ ਰਹੇ, ਉਹ ਸੰਸਾਰ ਦੇ ਸਮਸਤ ਜੀਵਾਂ ਦੇ ਵਿੱਚ ਆਤਮਾ ਰੂਪ ਹੋ ਕਰਕੇ ਵਰਤ ਰਹੇ ਹਨ। ਐਸਾ ਸੁੰਦਰ ਨਜ਼ਰੀਆ ਹੈ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦਾ। ਉਹ ਕਹਿੰਦੇ, ਕਲਗੀਆਂ ਵਾਲੇ ਪਾਤਸ਼ਾਹ ਸਾਡੇ ਵਰਗੇ ਗਰੀਬਾਂ ਦੇ, ਨਿਵਾਣਿਆਂ ਦੇ, ਨਿਤਾਣਿਆਂ ਦੇ ਯਾਰ ਹਨ, ਮਿੱਤਰ ਹਨ, ਸੱਜਣ ਹਨ। ਮੇਕ ਸਾਰਾ ਯਾਰ ਗੁਰੂ ਗੋਬਿੰਦ ਸਿੰਘ, ਜਿਨ੍ਹਾਂ ਦਾ ਕੋਈ ਆਸਰਾ ਨਹੀਂ, ਜਿਨ੍ਹਾਂ ਦੀ ਕੋਈ ਬਾਂਹ ਨਹੀਂ ਫੜਦਾ, ਉਹਨਾਂ ਦੀ ਬਾਂਹ ਫੜਨ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਹਨ। ਆਓ ਗੁਰੂ ਖਾਲਸਾ ਜੀ ਮਨ ਬਿਰਤੀਆਂ ਇਕਾਗਰ ਕਰੀਏ। ਦਸਮੇਸ਼ ਪਿਤਾ ਕਲਗੀਧਰ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇੱਕ ਦਿਨ ਗੁਰ ਕੈ ਸਭਾ ਮੈਂ, ਸ਼੍ਰੀ ਅਰਜਨ ਕੀ ਰਹਿਤ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਸਾਰੇ ਵਿਦਵਾਨ ਕਵੀ ਬੈਠੇ ਨੇ, ਹੋਰ ਵੀ ਬਹੁਤ ਸਾਰੇ ਸਿੰਘ ਜਿਹੜੇ ਮਹਾਰਾਜ ਜੀ ਦੇ ਦਰਬਾਰ ਵਿੱਚ ਸੱਜ ਕੇ ਬੈਠੇ ਨੇ। ਵਿਚਾਰ ਚੱਲੀ ਹੈ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਸੰਬੰਧ ਵਿੱਚ। ਪੰਜਵੇਂ ਪਾਤਸ਼ਾਹ ਬਾਣੀ ਦੇ ਰਚਨਹਾਰ, ਦੋਹਿਥਾ ਬਾਣੀ ਕਾ ਬੋਹਿਥਾ, ਇਹ ਵਰ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਔਰ ਕਿਹਾ ਤੂੰ ਭਾਰਾ ਗੁਰੂ ਹੋਵੇਂਗਾ, ਐਸੇ ਮਹਾਨ ਸਤਿਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਐਸੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦੀ ਜਿਹੜੀ ਰਹਿਤ ਹੈ, ਕਿਵੇਂ ਉਹ ਵਿਚਰੇ ਨੇ ਸੰਸਾਰ ਵਿੱਚ, ਕਿਵੇਂ ਸਾਡੇ ਵਰਗੇ ਜੀਵਾਂ ਦਾ ਭਲਾ ਕੀਤਾ, ਕਲਿਆਣ ਕੀਤੀ ਹੈ। ਪੰਜਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕੀਤਾ ਹੈ, ਪਵਿੱਤਰ ਬਾਣੀ ਗੌੜੀ ਸੁਖਮਣੀ ਸਾਹਿਬ ਜੀ ਦੀ ਰਚਨਾ ਕੀਤੀ ਹੈ। ਇਹ ਵਿਚਾਰ ਮਹਾਰਾਜ ਜੀ ਦੇ ਦਰਬਾਰ ਵਿੱਚ ਚੱਲ ਰਹੀ ਹੈ। ਕਲ ਮਹਿਮਾ ਸੁਖ ਮਨੀ ਬੋ,
ਜਪ ਜੀ ਮਹਿਮਾ ਮਹਿਤ। ਵਿਚਾਰ ਚੱਲੀ ਕਿ ਇਸ ਕਲੀ ਕਾਲ ਦੇ ਘੋਰ ਸਮੇਂ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਵੱਡੀ ਭਾਰੀ ਮਹਿਮਾ ਹੈ। ਨਾਲ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਸ੍ਰੀ ਜਪਜੀ ਸਾਹਿਬ ਦੀ ਬੜੀ ਵੱਡੀ ਭਾਰੀ ਮਹਿਮਾ ਹੈ। ਜਪਜੀ ਦੀ ਔਰ ਸ੍ਰੀ ਸੁਖਮਣੀ ਸਾਹਿਬ ਜੀ ਦੀ ਇਹ ਪਾਵਨ ਪਵਿੱਤਰ ਜਿਹੜੀਆਂ ਬਾਣੀਆਂ ਹਨ, ਇਹਨਾਂ ਦੀ ਇਸ ਕਲਯੁਗ ਵਿੱਚ ਬੜੀ ਵੱਡੀ ਭਾਰੀ ਮਹੱਤਤਾ ਹੈ। ਇਹਨਾਂ ਦੋਨਾਂ ਬਾਣੀਆਂ ਦੀ ਜਿਹੜੀ ਮਹਿਮਾ ਹੈ, ਜਪ ਦੀ ਮਹਿਮਾ ਹੈ, ਉਹ ਸਤਿਗੁਰੂ ਕਲਗੀਧਰ ਜੀ ਦੱਸਣਗੇ ਅੱਗੇ ਆਉਣ ਵਾਲੇ ਪ੍ਰਸੰਗ ਵਿੱਚ ਕਿ ਜਪਜੀ ਸਾਹਿਬ ਦੀ ਬਾਣੀ ਦਾ ਕਿੱਡਾ ਵੱਡਾ ਪੁੰਨ ਹੈ। ਰਹਿਤਨਾਮਿਆਂ ਦੇ ਬਚਨ ਨੇ ਗੁਰੂ ਕਾ ਸਿੱਖ ਹੋ ਕੇ ਜੇ ਜਪਜੀ ਕੰਠ ਨਹੀਂ ਕੀਤੀ ਤਾਂ ਉਸ ਦਾ ਜੀਵਨ ਇਸ ਤਰ੍ਹਾਂ ਹੈ ਜਿਵੇਂ ਚਾਵਲ ਦੇ ਦਾਣੇ ਤੋਂ ਬਿਨਾਂ ਉੱਪਰਲਾ ਤੁਖ ਕਿਸੇ ਕੰਮ ਦਾ ਨਹੀਂ ਹੈ, ਨਿਕੰਮਾ ਹੈ। ਇਸੇ ਤਰ੍ਹਾਂ ਭਾਈ ਜਿਹੜੇ ਜਪਜੀ ਸਾਹਿਬ ਦੀ ਬਾਣੀ ਨਹੀਂ ਕੰਠ ਕਰ ਸਕੇ ਗੁਰੂ ਕੇ ਸਿੱਖ ਹੋਣ ਦੇ ਨਾਲ ਨਾਲ ਭਾਈ ਉਹਨਾਂ ਦਾ ਜੀਵਨ ਐਸਾ ਹੀ ਹੈ। ਇਸ ਕਰਕੇ ਜਪਜੀ ਤੇ ਜਾਪ ਤੋਂ ਬਿਨਾਂ ਤਾਂ ਗੁਰਸਿੱਖ ਭਾਈ ਭੋਜਨ ਵੀ ਗ੍ਰਹਿਣ ਨਹੀਂ ਕਰਦੇ। ਜਪਜੀ ਔਰ ਜਾਪ ਤੋਂ ਬਿਨਾਂ ਜਿਹੜਾ ਪ੍ਰਸ਼ਾਦ ਛਕੇ ਉਹ ਵਿਸ਼ਟਾ ਦਾ ਕੀੜਾ ਕਿਹਾ ਗੁਰੂ ਰਹਿਤਨਾਮਿਆਂ ਦੇ ਵਿੱਚ, ਕਿ ਉਹ ਵਿਸ਼ਟਾ ਦਾ ਕੀੜਾ ਹੈ, ਉਹ ਗੰਦਗੀ ਦਾ ਕੀੜਾ ਹੈ ਜਿਹੜਾ ਜਪਜੀ ਤੇ ਜਾਪ ਸਾਹਿਬ ਤੋਂ ਬਿਨਾਂ ਭੋਜਨ ਛਕਦਾ ਹੈ। ਇਸ ਕਰਕੇ ਗੁਰਮੁਖੋ ਜਪਜੀ ਸਾਹਿਬ ਦੀ ਬਾਣੀ ਦਾ ਬੜਾ ਵੱਡਾ ਭਾਰੀ ਮਹਾਤਮ ਹੈ। ਇਸੇ ਤਰ੍ਹਾਂ ਸ੍ਰੀ ਸੁਖਮਣੀ ਸਾਹਿਬ ਜੀ ਦੀ ਪਵਿੱਤਰ ਅੰਮ੍ਰਿਤਮਈ ਬਾਣੀ ਦਾ ਬੜਾ ਵੱਡਾ ਪੁੰਨ ਹੈ। ਪੰਜਵੇਂ ਪਾਤਸ਼ਾਹ ਨੇ ਗੁਰਦੁਆਰਾ ਰਾਮਸਰ ਸਾਹਿਬ ਜੀ ਦੇ ਪਾਵਨ ਸਰੋਵਰ ਦੇ ਕੰਢੇ ਤੇ ਬੈਠ ਕੇ ਇਸ ਪਵਿੱਤਰ ਅੰਮ੍ਰਿਤਮਈ ਬਾਣੀ ਦੀ ਰਚਨਾ ਕੀਤੀ ਹੈ ਔਰ ਭਾਈ ਗੁਰਦਾਸ ਸਾਹਿਬ ਨੂੰ ਬਚਨ ਕੀਤਾ, ਭਾਈ ਗੁਰਦਾਸ ਜੀ ਅਸੀਂ ਆਪਣੇ ਸਿੱਖਾਂ ਉੱਤੇ ਬੜਾ ਵੱਡਾ ਪਰਉਪਕਾਰ ਕਰਨ ਲੱਗੇ ਹਾਂ। ਜਦੋਂ ਇਹ ਸੁਖਮਣੀ ਸਾਹਿਬ ਦਾ ਪਾਠ ਕਰਨਗੇ ਤਾਂ 24,000 ਸਵਾਸ ਗੁਰਸਿੱਖਾਂ ਦੇ 24 ਘੰਟਿਆਂ ਦੇ ਇਸ ਬਾਣੀ ਨੂੰ ਪੜ੍ਹ ਕੇ ਸਫਲੇ ਹੋ ਜਾਇਆ ਕਰਨਗੇ। ਇਹ ਸੁੱਖਾਂ ਦੀ ਮਣੀ ਹੈ, ਇਹਦੇ ਚ ਸਾਰੇ ਸੁੱਖ ਨੇ, ਸੁੱਖਾਂ ਨੇ ਇਸ ਨੂੰ ਮੰਨਿਆ ਹੋਇਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਸੁਖਮਣੀ ਦਾ ਮਤਲਬ ਹੁੰਦਾ ਸੁੱਖਾਂ ਨੇ ਮੰਨਿਆ ਹੋਇਆ ਇਸ ਬਾਣੀ ਨੂੰ ਕਿ ਸਾਰੇ ਸੁੱਖ ਇਸੇ ਵਿੱਚੋਂ ਹੀ ਪ੍ਰਾਪਤ ਹੁੰਦੇ ਨੇ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ। ਇਸ ਪਵਿੱਤਰ ਪਾਵਨ ਬਾਣੀ ਦੇ ਪਠਨ ਪਾਠਨ ਦਾ ਸੁਣਨ ਦਾ ਬੜਾ ਵੱਡਾ ਭਾਰੀ ਮਹਾਤਮਾ ਮਹਾਰਾਜ ਜੀ ਨੇ ਬਾਣੀ ਦੇ ਅਖੀਰ ਵਿੱਚ ਦੱਸਿਆ, ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ। ਮਹਾਰਾਜ ਜੀ ਨੇ ਇਸ ਬਾਣੀ ਦਾ ਮਹਾਤਮ ਅਖੀਰਲੀਆਂ ਪੰਕਤੀਆਂ 'ਚ ਦੱਸਿਆ ਹੈ। ਸੋ ਐਸੀ ਇਹ ਪਵਿੱਤਰ ਅੰਮ੍ਰਿਤਮਈ ਬਾਣੀ ਸੁਖਮਣੀ ਸਾਹਿਬ ਦੀ ਰਚਨਾ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਕੀਤੀ ਹੈ। ਇਹਨਾਂ ਬਾਣੀਆਂ ਦਾ ਮਹਾਤਮ, ਉਹਦਾ ਜ਼ਿਕਰ ਜਿਹੜਾ ਹੈ ਉਹ ਕਲਗੀਧਰ ਜੀ ਦੇ ਦਰਬਾਰ ਦੇ ਵਿੱਚ ਚੱਲ ਰਿਹਾ ਹੈ। ਜਿਨ ਕੇ ਸੇਵਨ ਤੇ ਮਿਟੈ ਬਿਗਨ ਕਲੁਖ ਸਮੁਦਾਇ। ਜਿਹੜੇ ਗੁਰਸਿੱਖ ਜਪਜੀ ਸਾਹਿਬ ਦਾ ਪਾਠ ਪੜ੍ਹਦੇ ਨੇ ਤੇ ਜਿਨ੍ਹਾਂ ਨੂੰ ਪੜ੍ਹਨਾ ਨਹੀਂ ਆਉਂਦਾ, ਪੜ੍ਹਾਈ ਲਿਖਾਈ ਤੋਂ ਨਹੀਂ ਵਾਕਫ, ਉਹ ਸੁਣਨ ਦਾ ਵੀ ਉਨਾ ਹੀ ਵੱਡਾ ਪੁੰਨ ਹੈ। ਤੋ ਜਿਹੜੇ ਗੁਰਸਿੱਖ ਇਸ ਪਾਵਨ ਪਵਿੱਤਰ ਬਾਣੀ ਜਪਜੀ ਸਾਹਿਬ ਨੂੰ ਔਰ ਸ੍ਰੀ ਸੁਖਮਣੀ ਸਾਹਿਬ ਜੀ ਨੂੰ ਪੜ੍ਹਦੇ ਹਨ ਜਾਂ ਫਿਰ ਸੁਣਦੇ ਹਨ, ਉਹਨਾਂ ਦੇ ਕਲਯੁਗ ਦੇ ਜਿਤਨੇ ਵੀ ਕਲੁਖ ਪਾਪ ਨੇ ਉਹਨਾਂ ਪਾਪਾਂ ਦੀ ਨਿਵਰਤੀ ਹੋ ਜਾਂਦੀ ਹੈ। ਸਾਰੇ ਪਾਪ ਉਹਨਾਂ ਦੇ ਦਗਧ ਭ੍ਰਸ਼ਟ ਹੋ ਜਾਂਦੇ ਹਨ। ਨਿਤ ਪਾਠ ਚਿਤ ਪ੍ਰੀਤ ਤੇ ਅੰਤ ਪਲੀ ਗਤ ਪਾਏ। ਇਸ ਪਵਿੱਤਰ ਬਾਣੀ ਦਾ ਨੇਤੀ ਚਿੱਤ ਨਾਲ ਪ੍ਰੀਤ ਕਰਕੇ ਪਾਠ ਕਰੇ। ਨਿਤ ਦਾ ਮਤਲਬ ਹੁੰਦਾ ਰੋਜ਼ ਬਿਨਾਂ ਨਾਗਾ। ਜਿਵੇਂ ਪ੍ਰਸ਼ਾਦਾ ਅਸੀਂ ਬਿਨਾਂ ਨਾਗਾ ਛਕਦੇ ਹਾਂ, ਇਸੇ ਤਰ੍ਹਾਂ ਬਿਨਾਂ ਨਾਗਾ ਇਸ ਪਾਵਨ ਬਾਣੀ ਦਾ ਜਾਪ ਕਰਨਾ, ਜਪਜੀ ਸਾਹਿਬ ਦਾ ਵੀ ਔਰ ਸੁਖਮਣੀ ਸਾਹਿਬ ਦਾ ਵੀ। ਕਈ ਗੁਰਸਿੱਖ ਕਹਿੰਦੇ ਹਨ ਕਿ ਸਾਡੇ ਕੋਲ ਸਾਰਾ ਪਾਠ ਨਹੀਂ ਹੁੰਦਾ ਸੁਖਮਣੀ ਸਾਹਿਬ ਦਾ। ਉਹ ਸਹਿਜੇ ਸਹਿਜੇ ਅਭਿਆਸ ਕਰੋ, ਅਭਿਆਸ ਨਾਲ ਤਾਂ ਫਿਰ ਸਾਰੀ ਗੱਲ ਬਣ ਹੀ ਜਾਂਦੀ ਹੈ ਨਾ। ਕੋਈ ਵੀ ਕੰਮ ਜਿਹੜਾ ਹੈ ਉਹ ਅਭਿਆਸ ਤੋਂ ਬਿਨਾਂ ਸੰਭਵ ਨਹੀਂ ਹੁੰਦਾ। ਬਹੁਤ ਸਾਰੇ ਗੁਰਸਿੱਖ ਪਹਿਲਾਂ 6 ਅਸ਼ਟਪਦੀਆਂ ਪੜ੍ਹਨ ਦਾ ਨਿਤਨੇਮ ਬਣਾ ਲੈਂਦੇ, 6 ਅਗਲੇ ਦਿਨ ਪੜ੍ਹ ਲੈਂਦੇ ਆ। 4 ਦਿਨਾਂ 'ਚ ਸੁਖਮਣੀ ਸਾਹਿਬ ਦਾ ਭੋਗ, ਫਿਰ ਸਹਿਜੇ ਸਹਿਜੇ 2 ਦਿਨਾਂ 'ਚ ਪਾਓ, ਅੱਧਾ ਸੁਖਮਣੀ ਸਾਹਿਬ ਕਰ ਲਓ। ਫਿਰ ਹੌਲੇ ਹੌਲੇ ਅਭਿਆਸ ਕਰਦਿਆਂ ਜਦੋਂ ਬਾਣੀ ਸਰਲ ਹੋ ਕੇ ਰਸਨਾ ਤੇ ਚੜ੍ਹ ਜਾਏਗੀ ਫਿਰ ਇੱਕੋ ਦਿਨ 'ਚ ਹੀ ਜਾਪ ਹੋ ਜਾਂਦਾ ਹੈ। ਤੋ ਇਸ ਤਰ੍ਹਾਂ ਅਭਿਆਸ ਜਪਜੀ ਸਾਹਿਬ ਦਾ ਪਾਠ ਦਾ ਨੇਤੀ ਕਰਨਾ ਨਾ, ਇਹਨੂੰ ਨਹੀਂ ਖੁੰਝਾਉਣਾ ਕਦੇ। ਗੁਰੂ ਸਾਹਿਬ ਕਿਰਪਾ ਕਰਨ ਸਾਡਾ ਨਿਤਨੇਮ ਏਦਾਂ ਦਾ ਬਣਿਆ ਰਹੇ, ਆਪਣਾ ਜ਼ੋਰ ਨਹੀਂ ਹੈ।
ਸਤਿਗੁਰਾਂ ਅੱਗੇ ਅਰਦਾਸ ਹੈ, ਬੇਨਤੀ ਮਹਾਰਾਜ ਸਾਡੀ ਝੋਲੀ 'ਚ ਆਪਣੀ ਜਪਜੀ ਦੀ ਬਾਣੀ ਪਾਈ ਹੈ, ਇਹਦੇ ਨਾਲ ਅਸੀਂ ਜੁੜੇ ਰਹੀਏ, ਇਹਨੂੰ ਪੜ੍ਹਦੇ ਰਹੀਏ। ਤੋ ਪਾਤਸ਼ਾਹ ਕਹਿੰਦੇ ਜਿਹੜੇ ਇਸ ਜਪਜੀ ਨੂੰ ਔਰ ਚਿੱਤ ਦੀ ਪ੍ਰੀਤ ਨਾਲ ਸੁਖਮਣੀ ਸਾਹਿਬ ਨੂੰ ਪੜ੍ਹਦੇ ਨੇ, ਸੁਣਦੇ ਹਨ, ਹਾਂਜੀ, ਉਹਨਾਂ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਸੁਨ ਕਰ ਤਬ ਨੰਦ ਲਾਲ, ਇੱਕ ਪੰਡਤ ਪਿੰਡੀ ਲਾਲ। ਮਹਾਰਾਜ ਜੀ ਦੇ ਬਚਨ ਭਾਈ ਨੰਦ ਲਾਲ ਸਾਹਿਬ ਵੀ ਸੁਣ ਰਹੇ ਨੇ ਕੋਲ ਬੈਠੇ। ਲਾਗੇ ਇੱਕ ਮਹਾਰਾਜ ਜੀ ਦੇ 52 ਕਵੀਆਂ ਵਿੱਚੋਂ ਪੰਡਤ ਪਿੰਡੀ ਲਾਲ ਜੀ ਬੈਠੇ ਹਨ, ਉਹ ਵੀ ਸੁਣ ਰਹੇ ਨੇ। ਸੁਣ ਕੇ ਉਸ ਵਕਤ ਦੋਨੋਂ ਬੂਝਨ ਲਗੇ, ਸ਼ੁਭ ਮਹਿਮਾ ਜਥਾ ਵਿਸਾਲ। ਭਾਈ ਨੰਦ ਲਾਲ ਜੀ ਔਰ ਭਾਈ ਪਿੰਡੀ ਲਾਲ ਜੀ ਦੋਵੇਂ ਹੱਥ ਜੋੜ ਕੇ ਕਲਗੀਧਰ ਜੀ ਨੂੰ ਜਪਜੀ ਦੀ ਔਰ ਸੁਖਮਣੀ ਸਾਹਿਬ ਦੀ ਜਿਹੜੀ ਮਹਿਮਾ ਹੈ ਉਹ ਹੱਥ ਜੋੜ ਕੇ ਪੁੱਛਣ ਲੱਗੇ। ਸ਼੍ਰੀ ਅਰਜਨ ਜੀ ਰਚੀ ਏ, ਸ਼੍ਰੀ ਨਾਨਕ ਜਪ ਕੀਨ। ਕਹਿੰਦੇ ਜਪਜੀ ਸਾਹਿਬ ਦੀ ਪਾਵਨ ਬਾਣੀ ਦੀ ਰਚਨਾ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ। ਸੁਖਮਣੀ ਸਾਹਿਬ ਦੀ ਪਵਿੱਤਰ ਪਾਵਨ ਬਾਣੀ ਦੀ ਰਚਨਾ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜਗਤਨਾਥ ਸਤਿਗੁਰਾਂ ਨੇ ਕੀਤੀ ਹੈ। ਸ਼੍ਰੀ ਮੁਖ ਤੇ ਬਰਨੋ ਅਬੇ, ਜਥਾ ਮਹਾਤਮ ਪੀਨ। ਇਹ ਕਲਗੀਧਰ ਜੀ ਇਸ ਪਵਿੱਤਰ ਪਾਵਨ ਬਾਣੀ ਦਾ ਜਿਹੜਾ ਜਥਾ ਸ਼ਕਤ ਮਹਾਤਮ ਹੈ ਉਹ ਆਪ ਜੀ ਕਿਰਪਾ ਕਰਕੇ ਸਾਨੂੰ ਵਰਣਨ ਕਰਕੇ ਸੁਣਾਓ। ਜਪਜੀ ਸਾਹਿਬ ਦਾ ਮਹਾਤਮ ਵੀ ਦੱਸੋ ਔਰ ਸ੍ਰੀ ਸੁਖਮਣੀ ਸਾਹਿਬ ਜੀ ਦਾ ਮਹਾਤਮ ਵੀ ਮਹਾਰਾਜ ਜੀ ਸਾਨੂੰ ਦੱਸੋ। ਚੌਪਈ ਇਤਨੇ ਵਿਖੇ ਨੰਦ ਸਿੰਘ ਕਹਿਓ। ਇਹ ਬਚਨ ਹੋ ਹੀ ਰਹੇ ਸਨ ਕਿ ਲਾਗੇ ਮਹਾਰਾਜ ਜੀ ਦੇ ਇੱਕ ਸਿੰਘ ਸਨ, ਭਾਈ ਨੰਦ ਸਿੰਘ ਉਹਨਾਂ ਦਾ ਨਾਂ ਹੈ। ਭਾਈ ਨੰਦ ਸਿੰਘ ਜੀ ਉਸ ਵਕਤ ਬੋਲੇ, ਮਹਾਰਾਜ ਮੈਂ ਅਚਰਜ ਲਹਿਓ। ਕਹਿਣ ਲੱਗੇ, ਹੇ ਮਹਾਰਾਜ ਗਰੀਬ ਨਵਾਜ, ਮੈਂ ਇੱਕ ਬੜਾ ਵੱਡਾ ਭਾਰੀ ਅਸਚਰਜ ਵੇਖਿਆ, ਹੁਣੇ ਵੇਖ ਕੇ ਆਇਆ ਹਾਂ। ਵਿੱਚ ਸਰਾਏ ਕੇ ਇੱਕ ਸਿੱਖ ਹੀਰਾ। ਮਹਾਰਾਜ ਜੀ ਮੈਂ ਇੱਕ ਸਰਾਂ ਵਿੱਚ ਇੱਕ ਸਿੱਖ ਵੇਖ ਕੇ ਆਇਆ। ਸਰਾਵਾਂ ਗੁਰੂ ਸਾਹਿਬ ਦੇ ਕਾਲ 'ਚ ਬਣ ਗਈਆਂ ਹੋਣਗੀਆਂ, ਤਦੇ ਭਾਈ ਸਾਹਿਬ ਲਿਖ ਰਹੇ ਨੇ ਕਿ ਮਹਾਰਾਜ ਜੀ ਦੇ ਸਤਿਗੁਰੂ ਜੀ ਮੈਂ ਸਰਾਂ ਦੇ ਵਿੱਚ ਇੱਕ ਸਿੱਖ ਵੇਖਿਆ, ਵੇਖ ਕੇ ਹੁਣੇ ਆਇਆ ਹਾਂ। ਤਿਸ ਮੈਂ ਪ੍ਰਵਸ਼ਿਓ ਪ੍ਰੇਤ ਬਡੇਰਾ। ਮਹਾਰਾਜ ਜੀ ਉਸ ਸਿੱਖ ਦੇ ਸਰੀਰ ਦੇ ਵਿੱਚ ਪ੍ਰੇਤ ਦਾ ਨਿਵਾਸ ਹੋ ਗਿਆ। ਖਾਲਸਾ ਜੀ ਜਿਹੜੇ ਇਹ ਸੂਖਸ਼ਮ ਸਰੀਰ ਧਾਰੀ ਹਨ, ਪ੍ਰੇਤ ਭੂਤ ਆਦਿਕ, ਇਹਨਾਂ ਵਿੱਚ ਆਕਾਸ਼ ਤੱਤਵ ਹੁੰਦਾ ਹੈ। ਆਕਾਸ਼ ਤੱਤਵ ਦੀ ਅੰਸ਼ ਤੋਂ ਬਣਦੇ ਨੇ। ਸਾਡਾ ਇਹ ਜਿਹੜਾ ਸਰੀਰ ਹੈ ਇਹ ਪ੍ਰਿਥਵੀ ਦੇ ਸਥੂਲ ਤੱਤ ਤੋਂ ਬਣਦਾ ਹੈ, ਪਰ ਜਿਹੜਾ ਸਾਡਾ ਅੰਦਰ ਸੂਖਸ਼ਮ ਸਰੀਰ ਹੈ ਉਹ ਆਕਾਸ਼ ਤੱਤਵ ਦੀ ਬਹੁਲਤਾ ਤੋਂ ਬਣਦਾ ਹੈ। ਇਹ ਜਿਹੜੇ ਭੂਤ ਪ੍ਰੇਤ ਆਦਿਕ ਨੇ ਇਹਨਾਂ ਦਾ ਆਕਾਸ਼ ਤੱਤਵ ਹੁੰਦਾ ਹੈ। ਇਹ ਆਕਾਸ਼ ਤੱਤਵ ਲੈ ਕੇ ਜਦੋਂ ਸਾਡੇ ਸੂਖਸ਼ਮ ਸਰੀਰ ਦੇ ਅੰਦਰ ਕਿਸੇ ਜਿਹੜੇ ਨਿਤਨੇਮ ਤੋਂ ਖੁੰਝੇ ਹੋਏ ਲੋਕ ਨੇ, ਬਾਣੀ ਤੋਂ ਖੁੰਝੇ ਹੋਏ ਲੋਕ ਨੇ, ਉਹਨਾਂ ਦੇ ਆਕਾਸ਼ ਤੱਤਵ ਦੇ ਉੱਤੇ ਆ ਕੇ ਆਪਣਾ ਪ੍ਰਭਾਵ ਪਾ ਕੇ ਉਹਨਾਂ ਦੇ ਸੂਖਸ਼ਮ ਸਰੀਰ ਨੂੰ ਆਪਣੇ ਅੰਦਰ ਗ੍ਰਸ ਲੈਂਦੇ ਹਨ। ਫਿਰ ਆਪਣੀਆਂ ਮਰਜ਼ੀਆਂ ਕਰਾਉਂਦੇ ਐ। ਚੰਗਾ ਭਲਾ ਸਿਆਣਾ ਸੀਲ ਸੁਭਾਅ ਵਾਲਾ ਵਿਅਕਤੀ ਵੀ ਕੌੜਾ ਬੋਲਣ ਲੱਗ ਪੈਂਦਾ ਹੈ, ਔਰ ਕਈ ਵਾਰ ਜਿਹੜੀ ਭਾਸ਼ਾ ਉਹਨੂੰ ਨਹੀਂ ਆਉਂਦੀ ਉਹ ਭਾਸ਼ਾ ਉਹਦੇ ਅੰਦਰੋਂ ਬੋਲਣੀ ਸ਼ੁਰੂ ਹੋ ਜਾਂਦੀ ਹੈ। ਉਹ ਜਿਹੜੀ ਭਾਸ਼ਾ ਉਹਨੇ ਪੜ੍ਹੀ ਨਹੀਂ ਹੁੰਦੀ ਉਹ ਭਾਸ਼ਾ ਉਹਦੀ ਜ਼ੁਬਾਨ ਤੋਂ ਬੋਲਣੀ ਸ਼ੁਰੂ ਹੋ ਜਾਂਦੀ ਹੈ। ਉਹ ਕਿਉਂ ਬੋਲਣੀ ਸ਼ੁਰੂ ਹੋ ਜਾਂਦੀ ਹੈ? ਜਿਹੜਾ ਉਹ ਸੂਖਸ਼ਮ ਸਰੀਰ ਉਹਦੇ ਅੰਦਰ ਦੂਜਾ ਆਇਆ ਭੂਤ ਪ੍ਰੇਤ ਦਾ, ਉਹਨੂੰ ਉਹ ਭਾਸ਼ਾ ਆਉਂਦੀ ਹੈ, ਇਹਨੂੰ ਨਹੀਂ ਆਉਂਦੀ, ਪਰ ਇਹਦੇ ਸਰੀਰ ਵਿੱਚ ਪ੍ਰਵੇਸ਼ ਕਰਕੇ ਉਹ ਭਾਸ਼ਾ ਉਹੀ ਬੋਲਣ ਲੱਗ ਪੈਂਦਾ ਹੈ। ਉਹ ਆਕਾਸ਼ ਤੱਤਵ ਦੇ ਵਿੱਚ ਆ ਕਰਕੇ ਮੇਲ ਹੁੰਦਾ ਹੈ। ਕਿਹਨਾਂ ਦੇ ਹੁੰਦਾ ਹੈ? ਜਿਹਨੂੰ ਆਮ ਕਰਕੇ ਕਹਿ ਦਿੰਦੇ ਵਿਲ ਪਾਵਰ ਜਿਨ੍ਹਾਂ ਦੀ ਕਮਜ਼ੋਰ ਹੁੰਦੀ ਹੈ ਉਹ ਬਲੀ ਹੁੰਦੇ। ਜਦੋਂ ਉਹ ਬਲੀ ਹੁੰਦੇ ਨੇ, ਜਿਹਦੀ ਕਮਜ਼ੋਰ ਆਤਮਾ ਹੁੰਦੀ ਉਹਦੇ ਤੇ ਆਪਣਾ ਜ਼ੋਰ ਪਾ ਲੈਂਦੇ ਆ। ਜਿਹੜੇ ਭਜਨ ਪਾਠ ਕਰਨ ਵਾਲੇ, ਬਾਣੀ ਪੜਨ ਵਾਲੇ ਨੇ, ਉਹਨਾਂ ਦੀ ਵਿਲ ਪਾਵਰ ਮਜ਼ਬੂਤ ਹੋ ਜਾਂਦੀ ਹੈ, ਉਹਦੇ ਤੇ ਇਹਨਾਂ ਚੀਜ਼ਾਂ ਦਾ ਅਸਰ ਨਹੀਂ ਹੁੰਦਾ, ਪ੍ਰਭਾਵ ਨਹੀਂ ਹੁੰਦਾ। ਇਹ ਫਰਕ ਹੈ। ਤੋ ਸਿੱਖ ਦਾ ਵੇਖ ਕੇ ਨਾ ਵੀ ਇੱਕਦਮ ਉਹਦੇ 'ਚ ਕੋਈ ਪ੍ਰੇਤ ਆਇਆ ਤੇ ਉਹ ਔਲੀਆਂ ਬੌਲੀਆਂ ਜੀਆਂ ਗੱਲਾਂ ਕਰਦਾ ਤੇ ਹੋਰ ਤਰ੍ਹਾਂ ਦੇ ਹਾਵ ਭਾਵ ਨੇ। ਭਾਈ ਨੰਦ ਸਿੰਘ ਨੇ ਆ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦੱਸਿਆ। ਇਤਨੋ ਹੀ ਪ੍ਰਸਤਾਵ ਚਲਾ
ਜੀ ਦੇ ਦਰਬਾਰ 'ਚ ਜਪਜੀ ਸਾਹਿਬ ਦੇ ਮਹਾਤਮ ਦੀ, ਸੁਖਮਣੀ ਸਾਹਿਬ ਦੀ, ਇਹਨੇ ਨੂੰ ਨੰਦ ਸਿੰਘ ਨੇ ਆ ਕੇ ਉਹ ਗੱਲਾਂ ਹਾਲੇ ਹੋ ਰਹੀਆਂ ਸਨ, ਵਿੱਚ ਆ ਕੇ ਮਹਾਰਾਜ ਜੀ ਨੂੰ ਦੱਸਿਆ। ਕਵੀ ਗੁਣੀ ਗਨ ਗੁਰ ਟਿਗਿਆਏ। ਬੜੇ ਬੜੇ ਵਿਦਵਾਨ ਕਵੀ, ਗੁਣੀ ਜਨ ਕਵੀ ਮਹਾਰਾਜ ਜੀ ਦੇ ਦਰਬਾਰ ਵਿੱਚ ਆਏ ਹਨ। ਪਠਨ ਸੁਨਨ ਕੋ ਪਰਚਾ ਜੋਏ। ਜਿਨ੍ਹਾਂ ਦੇ ਮਨ ਵਿੱਚ ਸਤਿਗੁਰਾਂ ਦੀ ਸਭਾ ਵਿੱਚ ਪੜ੍ਹਨਾ ਤੇ ਸੁਣਨ ਦਾ ਪਰਚਾ, ਜਿਹੜੇ ਉਹ ਵਿਦਵਾਨ ਨੇ ਉਹਨਾਂ ਦਾ ਮਨ ਹਮੇਸ਼ਾ ਪੜ੍ਹਾਈ ਲਿਖਾਈ 'ਚ ਲੱਗਾ ਰਹਿੰਦਾ ਹੈ, ਪੜ੍ਹਨ ਸੁਣਨ ਦੇ ਵਿੱਚ ਉਹਨਾਂ ਦਾ ਪਰਚਾ ਰਹਿੰਦਾ ਹੈ। ਜਿਨ ਕੋ ਸੰਗ ਕਰੇ ਰਸ ਸੋਏ। ਉਹਦੇ ਸਤਿਗੁਰੂ ਜੀ ਦਾ ਵੀ ਸੰਗ ਕਰਦੇ ਨੇ, ਮਹਾਰਾਜ ਜੀ ਦੀ ਸੰਗਤ ਕਰਦੇ ਨੇ, ਰਸ ਮਾਣਦੇ ਹਨ। ਬਿਧੀ ਚੰਦ ਪੰਡਤ ਬ੍ਰਿਜ ਲਾਲ। ਇਹ ਕਵੀ ਕਿਹੜੇ ਕਿਹੜੇ ਨੇ ਉਹਨਾਂ ਦਾ ਨਾਮ ਦੱਸਦੇ ਨੇ। ਇੱਕ ਦਾ ਨਾਮ ਭਾਈ ਵਿਧੀ ਚੰਦ ਹੈ। ਇੱਕ ਵਿਧੀ ਚੰਦ 6ਵੇਂ ਪਾਤਸ਼ਾਹ ਜੀ ਦੇ ਵੇਲੇ ਛੀਨਾ ਗੁਰੂ ਕਾ ਸੀਨਾ ਮਾਣ ਮਿਲਿਆ। ਇਹ ਵਿਧੀ ਚੰਦ ਮਹਾਰਾਜ ਜੀ ਦੇ 52 ਕਵੀਆਂ ਚੋਂ। ਇਸੇ ਤਰ੍ਹਾਂ ਪੰਡਤ ਬ੍ਰਿਜ ਲਾਲ ਜੀ, ਇਹ ਵੀ ਮਹਾਰਾਜ ਜੀ ਦੇ ਕਵੀ ਹਨ। ਖਾਨ ਚੰਦ ਅਰ ਚੰਦ ਨਿਹਾਲ। ਇਸੇ ਤਰ੍ਹਾਂ ਨਿਹਾਲ ਚੰਦ, ਖਾਨ ਚੰਦ, ਇਹ ਵੀ ਕਵੀ ਹਨ। ਮਾਨਦਾਸ ਬੈਰਾਗੀ ਜੇਵ। ਮਾਨਦਾਸ ਬੈਰਾਗੀ ਵੀ ਹੈ। ਸੈਨਾਪਤੀ ਪੰਡਤ ਸੁਖਦੇਵ। ਫਿਰ ਭਾਈ ਸੈਨਾਪਤੀ ਜੀ, ਭਾਈ ਸੈਨਾਪਤੀ ਜੀ ਇਹੋ ਜਿਹੇ ਵਿਦਵਾਨ ਕਵੀ ਨੇ ਕਲਗੀਧਰ ਦੇ। ਇਹਨਾਂ ਮਹਾਰਾਜ ਜੀ ਦੇ ਇਤਿਹਾਸ ਦਾ ਸਭ ਤੋਂ ਪਹਿਲਾ ਗ੍ਰੰਥ ਜਿਹੜਾ ਲਿਖਿਆ ਹੈ ਨਾ, ਉਹ ਕਵੀ ਸੈਨਾਪਤੀ ਜੀ ਨੇ ਲਿਖਿਆ। ਉਸ ਗ੍ਰੰਥ ਦਾ ਨਾਮ ਹੈ ਸ਼੍ਰੀ ਗੁਰ ਸੋਭਾ। ਬਚਿੱਤਰ ਨਾਟਕ ਵਿੱਚ ਜੋ ਮਹਾਰਾਜ ਜੀ ਨੇ ਜੰਗ ਨਹੀਂ ਲਿਖੇ ਆਪਣੇ, ਉਹਦਾ ਅੱਗੇ ਫਿਰ ਜ਼ਿਕਰ ਕਵੀ ਸੈਨਾਪਤੀ ਜੀ ਨੇ ਕੀਤਾ। ਅੰਮ੍ਰਿਤ ਛਕਣ ਤੋਂ ਬਾਅਦ ਇਹਨਾਂ ਦਾ ਨਾਮ ਭਾਈ ਸੈਣਾ ਸਿੰਘ ਜੀ ਪ੍ਰਸਿੱਧ ਹੋਇਆ। ਤੋ ਸੈਨਾਪਤੀ ਜੀ, ਇਸੇ ਤਰ੍ਹਾਂ ਅੱਗੇ ਪੰਡਤ ਸੁਖਦੇਵ, ਪੰਡਤ ਸੁਖਦੇਵ ਜੀ। ਇਹ ਪੰਡਤ ਸੁਖਦੇਵ ਜੀ ਵੀ ਮਹਾਰਾਜ ਜੀ ਦੇ 52 ਕਵੀਆਂ ਚੋਂ ਨਿਰਮਲੇ ਸੰਤ ਸੀਗੇ ਤੇ ਨਿਰਮਲ ਸੰਪਰਦਾ ਜਿਹੜੀ ਕਲਗੀਧਰ ਜੀ ਨੇ ਚਲਾਈ। ਇਹਨਾਂ ਵੱਲੋਂ ਵੀ ਇੱਕ ਲਿਖਿਆ ਗ੍ਰੰਥ ਮਿਲਦਾ, ਉਸ ਨੂੰ ਕਹਿੰਦੇ ਨੇ ਅਧਿਆਤਮ ਪ੍ਰਕਾਸ਼। ਅਧਿਆਤਮ ਪ੍ਰਕਾਸ਼ ਜਿਹੜਾ ਗ੍ਰੰਥ ਹੈ ਉਹ ਵਿਦਾਂਤ ਦਾ ਗ੍ਰੰਥ ਹੈ। ਵਿਦਿਆਰਥੀਆਂ ਨੂੰ ਜਦੋਂ ਕਥਾ ਸਿਖਾਈ ਜਾਂਦੀ ਹੈ ਵਿਦਿਆਲਿਆਂ ਵਿੱਚ, ਟਕਸਾਲਾਂ ਵਿੱਚ, ਤਾਂ ਉਸ ਗ੍ਰੰਥ ਨੂੰ ਪੜ੍ਹਾਇਆ ਜਾਂਦਾ ਉਸਤਾਦਾਂ ਵੱਲੋਂ। ਆਪਣੇ ਆਪ ਨਹੀਂ ਪੜ੍ਹ ਹੁੰਦਾ, ਉਸਤਾਦ ਕੋਲੋਂ ਪੜ੍ਹਨਾ ਪੈਂਦਾ ਹੈ। ਉਹਦੇ 'ਚ ਬੜੀਆਂ ਸੂਖਮ ਤਰੰਗੀ ਬਾਤਾਂ ਹਨ ਕਿ 5 ਕੋਸ਼ ਕੀ ਹਨ, ਇਸੇ ਤਰ੍ਹਾਂ 5 ਪ੍ਰਾਣ ਕਿਹੜੇ ਹਨ, 3 ਸਰੀਰ ਨੇ ਜਿਹੜੇ ਸਥੂਲ ਕਾਰਨ ਸੂਖਸ਼ਮ, ਉਹ ਕਿਸ ਕਿਸ ਮਟੀਰੀਅਲ ਦੇ ਬਣੇ ਨੇ, ਕਿੱਥੇ ਕਿੱਥੇ ਉਹਨਾਂ ਦਾ ਵਾਸਾ ਹੈ। ਇਸੇ ਤਰ੍ਹਾਂ 3 ਗੁਣਾਂ ਦੀ ਬਾਤ ਹੁੰਦੀ ਹੈ। ਅਗਿਆਨ ਕੀ ਹੈ, ਅਵਿਦਿਆ ਕੀ ਹੈ, ਅਵਰਣ ਕੀ ਹੈ, ਉਹਦੇ ਬਾਰੇ ਅਧਿਆਤਮ ਪ੍ਰਕਾਸ਼ ਵਿੱਚ ਪੰਡਤ ਸੁਖਦੇਵ ਜੀ ਨੇ ਬੜਾ ਖੋਲ ਕੇ ਉਹ ਸਾਰਾ ਵਿਸਥਾਰ ਲਿਖਿਆ ਹੋਇਆ। ਤੇ ਪੰਡਤ ਸੁਖਦੇਵ ਜੀ ਵੀ ਮਹਾਰਾਜ ਜੀ ਦੇ 52 ਕਵੀਆਂ ਚੋਂ ਇੱਕ ਨੇ। ਇਹ ਵੀ ਕਲਗੀਧਰ ਦੇ ਦਰਬਾਰ ਵਿੱਚ ਬੈਠੇ ਸਨ ਜਦੋਂ ਇਹ ਗੱਲਾਂ ਹੋ ਰਹੀਆਂ ਨੇ। ਆਲਮ ਸ਼ਾਹ ਮਦਨ ਗਿਰ ਆਇਓ। ਇਸੇ ਤਰ੍ਹਾਂ ਭਾਈ ਆਲਮ ਚੰਦ ਜੀ, ਭਾਈ ਮਦਨ ਗਿਰ ਜੀ ਹਨ। ਬ੍ਰਿਖਾ ਸੁਖੂ ਗੁਨੀਆਂ ਪਾਇਓ। ਭਾਈ ਬ੍ਰਿਖਾ ਜੀ, ਭਾਈ ਸੁਖੂ ਜੀ, ਭਾਈ ਗੁਨੀਆਂ ਜੀ, ਇਹ ਵੀ ਬੈਠੇ ਹਨ। ਗੁਨਾ ਅਲੀ ਹੁਸੈਨ ਅਰ ਅੱਲਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਭਾ ਵਿੱਚ 52 ਕਵੀਆਂ ਚੋਂ ਅਲੀ ਹੁਸੈਨ ਜੀ, ਭਾਈ ਅੱਲ ਜੀ ਬੈਠੇ। ਅੱਲੂ ਜੀ ਜਿਨ੍ਹਾਂ ਨੂੰ ਕਹਿੰਦੇ ਹਨ, ਉਹ ਵੀ ਹਨ। ਉਹਦੇ ਰਾਵ ਰਾਵਲ ਕਵੀ ਬਲ। ਭਾਈ ਉਹਦੇ ਰਾਵ ਜੀ, ਭਾਈ ਰਾਵਲ ਜੀ, ਕਵੀ ਬਲ ਜੀ। ਸੁਖੀਆ ਧਰਮ ਸਿੰਘ ਅਰ ਚੰਦਾ। ਭਾਈ ਸੁਖੀਆ ਜੀ, ਭਾਈ ਧਰਮਚੰਦ ਜੀ, ਭਾਈ ਚੰਦਨ ਜੀ। ਬੱਲਭ ਕਵੀ ਕੁਵਰੇਸ਼ ਬਿਲੰਦਾ। ਭਾਈ ਬੱਲਭ ਕਵੀ ਜੀ, ਕਵੀ ਕੁਵਰੇਸ਼ ਜੀ, ਜਿਹੜੇ ਬੜੇ ਵੱਡੇ ਕਵੀ ਹਨ, ਇਹ ਵੀ ਮਹਾਰਾਜ ਜੀ ਦੀ ਸਭਾ ਵਿੱਚ ਹਨ। ਮਧੂ ਲੱਖਾ ਈਸ਼ਰ ਦਾਸ। ਭਾਈ ਮਧੂ ਜੀ, ਭਾਈ ਲੱਖਾ ਸਿੰਘ ਜੀ, ਭਾਈ ਈਸ਼ਰ ਦਾਸ ਜੀ। ਧਿਆਨ ਸਿੰਘ ਧੰਨਾ ਸਿੰਘ ਦਾਸ। ਭਾਈ ਧਿਆਨ ਸਿੰਘ ਜੀ, ਭਾਈ ਧੰਨਾ ਸਿੰਘ ਜੀ, ਇਹ ਵੀ ਮਹਾਰਾਜ ਜੀ ਦੇ ਦਾਸ ਕਵੀ ਹਨ। ਹੰਸ ਰਾਮ ਆਦਿਕ ਕਵੀ ਔਰ। ਇਸੇ ਤਰ੍ਹਾਂ ਭਾਈ ਹੰਸ ਰਾਮ ਆਦਿਕ ਕਵੀ ਹੋਰ ਵੀ ਮਹਾਰਾਜ ਜੀ ਦੀ ਸਭਾ 'ਚ ਬੈਠੇ ਨੇ। ਇਹਨਾਂ 52 ਕਵੀਆਂ ਦੇ ਵਿੱਚੋਂ ਬਹੁਤ ਸਾਰੇ ਕਵੀਆਂ ਦਾ ਇੱਥੇ ਜ਼ਿਕਰ ਆ ਚੁੱਕਾ ਹੈ। ਇਹਨਾਂ ਸਾਰਿਆਂ ਦੇ ਜਿਹੜੇ ਨਾਮ ਨੇ ਉਹ ਭਾਈ ਸਾਹਿਬ ਨੇ ਅੰਕਿਤ ਕੀਤੇ। ਪ੍ਰੋਫੈਸਰ ਪਿਆਰਾ ਸਿੰਘ ਪਦਮ ਜੀ ਨੇ ਉਹਨਾਂ 52 ਕਵੀਆਂ ਦਾ ਜ਼ਿਕਰ ਗੋਬਿੰਦ ਸਾਗਰ ਨਾਮਕ ਪੁਸਤਕ ਵਿੱਚ ਜਿਹਦੇ 'ਚ ਕਲਗੀਧਰ ਦਾ ਜੀਵਨ ਲਿਖਿਆ ਬੜੇ ਸੋਹਣੇ ਢੰਗ ਨਾਲ ਕੀਤਾ ਹੈ। ਭਾਈ ਉਹਦੇ ਰਾਵ ਜੀ, ਭਾਈ ਅੱਲੂ ਜੀ, ਆਸਾ ਸਿੰਘ ਜੀ, ਭਾਈ ਆਲਮ, ਭਾਈ ਅਲੀ ਹੁਸੈਨ, ਅੰਮ੍ਰਿਤ ਰਾਏ, ਈਸ਼ਰ,
ਸੁਖਾ ਸਿੰਘ, ਸੁਖਦੇਵ ਜੀ, ਸੁਖੂ, ਸੁਖੀਆ, ਸੁਦਾਮਾ, ਸੈਨਾਪਤ, ਹੰਸ ਰਾਮ, ਕਲੂਆ, ਕੁਬਰੇਸ਼, ਖਾਨ ਚੰਦ, ਗੁਣੀਆਂ, ਗੁਰਦਾਸ, ਚੰਦਨ, ਚੰਦਾ, ਧਰਮ ਸਿੰਘ, ਧਿਆਨ ਸਿੰਘ, ਧੰਨਾ ਸਿੰਘ, ਨਿਹਾਲ ਚੰਦ, ਨੰਦ ਲਾਲ ਜੀ, ਭਾਈ ਨੰਦ ਸਿੰਘ ਜੀ, ਪਿੰਡੀ ਲਾਲ ਜੀ, ਬੱਲਭ ਜੀ, ਭਾਈ ਬੱਲੂ ਜੀ, ਭਾਈ ਵਿਧੀ ਚੰਦ ਜੀ, ਬ੍ਰਿਖਾ ਜੀ, ਨਿਹਾਲ ਚੰਦ ਜੀ, ਇਸੇ ਤਰ੍ਹਾਂ ਭਾਈ ਬ੍ਰਿਜ ਲਾਲ ਜੀ, ਮਦਨ ਗਿਰੀ ਜੀ, ਮਧੂਮਾਨ ਜੀ, ਚੰਦ, ਮਾਨਦਾਸ, ਮਾਲਾ ਸਿੰਘ, ਮੰਗਲ, ਰਾਵਲ, ਲੱਖਾ, ਅਣੀ ਰਾਏ, ਸ਼ਿਆਮ ਸੁੰਦਰ, ਇਸੇ ਤਰ੍ਹਾਂ ਭਾਈ ਸੋਹਣ ਜੀ, ਹੀਰ ਜੀ, ਟਹਿਕਣ ਜੀ, ਭਾਈ ਦਇਆ ਸਿੰਘ ਜੀ, ਨਾਨੂ ਜੀ, ਨਿਸ਼ਚਲ ਦਾਸ ਜੀ, ਰਾਮਚੰਦ ਜੀ, ਰੋਸ਼ਨ ਸਿੰਘ, ਇਹਨਾਂ ਤੋਂ ਛੁੱਟ ਅਚਲ ਦਾਸ, ਭਾਈ ਜਮਾਲ, ਭਾਈ ਬੁਲੰਦ ਜੀ, ਮਥੁਰਾ ਜੀ, ਭਾਈ ਮੱਲੂ ਜੀ, ਗੋਪਾਲ ਜੀ ਤੇ ਭਾਈ ਮਦਨ ਸਿੰਘ ਜੀ। ਇਹ 52 ਕਵੀ ਸਨ ਮਹਾਰਾਜ ਜੀ ਦੀ ਸਭਾ ਦਾ ਸ਼ਿੰਗਾਰ। ਇਹਨਾਂ 52 ਕਵੀਆਂ ਦੇ ਨਾਮ ਆਪ ਜੀ ਨੂੰ ਸਰਵਣ ਕਰਵਾਏ ਹਨ ਤੇ ਸਾਰਿਆਂ ਕਵੀਆਂ ਵਿੱਚੋਂ ਜਿਵੇਂ ਭਾਈ ਕੁਬਰੇਸ਼ ਜੀ ਹਨ, ਇਸੇ ਤਰ੍ਹਾਂ ਜਿਵੇਂ ਭਾਈ ਟਹਿਕਣ ਜੀ ਹਨ, ਇਹਨਾਂ ਦੀਆਂ ਲਿਖਤਾਂ ਵੀ ਜਿਹੜੀਆਂ ਨੇ ਉਹ ਮਿਲਦੀਆਂ, ਜਿਹੜੇ ਮਹਾਭਾਰਤ ਦੇ ਕਵਰ ਹੋਏ ਅਨੁਵਾਦ ਕਰਵਾਏ ਨੇ। ਹਨੂਮਾਨ ਨਾਟਕ ਹੈ ਜਿਵੇਂ ਹਿਰਦੇ ਰਾਮ ਜੀ ਨੇ ਲਿਖਿਆ ਹੈ, ਹੰਸ ਰਾਮ ਜੀ ਨੇ ਲਿਖਿਆ ਹੈ, ਉਹ ਸਾਰੇ ਕਵੀਆਂ ਦਾ ਇੱਥੇ ਸ਼ਿੰਗਾਰ ਮਹਾਰਾਜ ਜੀ ਦੀ ਸਭਾ ਵਿੱਚ ਲੱਗਾ ਹੋਇਆ। ਇਹ ਸਾਰੇ ਕਵੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠੇ ਹਨ। ਵਿਦਿਆਵੰਤਨ ਕੇ ਸਿਰ ਮੋਰ, ਇਹ ਜਿਹੜੇ ਕਵੀ ਨੇ ਬੜੇ ਬੜੇ ਵਿਦਵਾਨਾਂ ਦੇ ਸਿਰਮੌਰ ਕਵੀ ਨੇ। ਵਿਦਵਾਨਾਂ ਵਿੱਚੋਂ ਸਿਰਮੌਰ ਕਵੀ ਵਿਦਵਾਨ ਹਨ। ਪ੍ਰਿਥਕ ਪ੍ਰਿਥਕ ਸਭ ਟੇਕਿਓ ਮਾਥਾ, ਇਹਨਾਂ ਸਾਰੇ ਕਵੀਆਂ ਨੇ ਸਤਿਗੁਰਾਂ ਦੀ ਸਭਾ ਵਿੱਚ ਆ ਕੇ ਵੱਖਰਾ ਵੱਖਰਾ ਯਾਨੀ ਕਿ ਵਾਰੋ ਵੇਰੀ ਗੁਰਦੇਵ ਦੇ ਚਰਨਾਂ ਵਿੱਚ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਬੈਠੇ ਸਭਾ ਦੇਖ ਗੁਰਨਾਥਾ, ਜਗਤ ਗੁਰੂ ਨਾਥ ਜੀ ਦੀ ਪਵਿੱਤਰ ਸਭਾ ਵੇਖ ਕੇ ਸਾਰੇ ਕਵੀ ਮਹਾਰਾਜ ਜੀ ਦੀ ਸਭਾ 'ਚ ਸਜ ਗਏ। ਇਨ ਪਸਚਾਤੀ ਆਏ ਸ਼ਿਤਾਬੀ, ਇਹਨਾਂ ਦੀ ਸਭਾ ਦੇ ਵਿੱਚ ਹੀ ਜਦੋਂ ਇਹ ਦੀਵਾਨ ਵਿੱਚ ਆ ਗਏ ਨਾ ਕਵੀ, ਤੇ ਇਹਨੇ ਨੂੰ ਮਹਾਰਾਜ ਜੀ ਦੇ ਜਿਹੜੇ ਰਬਾਬੀ ਸਨ ਉਹ ਵੀ ਆ ਗਏ। ਸੱਦੂ ਮੱਦੂ ਦੋਨ ਰਬਾਬੀ, ਇਹ ਰਬਾਬੀਆਂ ਦੇ ਨਾਮ ਵੀ ਦੱਸਦੇ। ਵੇਖੋ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੀ ਕਿੱਡੀ ਵੱਡੀ ਜਾਣਕਾਰੀ ਹੈ, ਕਿੰਨੀ ਵੱਡੀ ਭਾਰੀ ਮਿਹਨਤ ਕੀਤੀ ਭਾਈ ਸਾਹਿਬ ਜੀ ਨੇ। ਅਸੀਂ ਇਹ ਨਾਮ ਪੜ੍ਹ ਲਏ ਨੇ, ਆਪ ਜੀ ਨੇ ਸੁਣ ਲਏ ਨੇ, ਸਾਨੂੰ ਚੇਤੇ ਨਹੀਂ ਰਹਿਣੇ। ਭਾਈ ਸਾਹਿਬ ਉਹਨਾਂ ਨੇ ਕਿੰਨੀ ਮਿਹਨਤ ਉਹਨਾਂ ਦਿਨਾਂ ਦੇ ਵਿੱਚ ਕਰਕੇ ਸਾਰੇ ਨਾਮਾਂ ਨੂੰ ਇੱਥੇ ਅੰਕਿਤ ਕੀਤਾ ਹੈ। ਗੁਰਦੇਵ ਦੇ ਸਭਾ ਦੇ ਜਿਹੜੇ ਰਬਾਬੀ ਕੀਰਤਨੀਏ ਸਨ ਉਹਨਾਂ ਦਾ ਨਾਂ ਲਿਖਦੇ ਭਾਈ ਸੱਦੂ ਔਰ ਭਾਈ ਮੱਦੂ। ਇਹ ਦੋਵੇਂ ਮਹਾਰਾਜ ਕਲਗੀਧਰ ਜੀ ਦੇ ਦਰਬਾਰ ਦੇ ਰਬਾਬੀ ਇਹ ਵੀ ਆ ਗਏ। ਕੀਰਤਨ ਕਰਨ ਲਗੇ ਤਬ ਆਏ, ਮਹਾਰਾਜ ਜੀ ਦੀ ਸਭਾ ਵਿੱਚ ਆ ਕੇ ਇਹਨਾਂ ਨੇ ਕੀਰਤਨ ਦੀਆਂ ਛੈਬਰਾਂ ਲਾਈਆਂ। ਜਦੋਂ ਰਬਾਬ ਦੀਆਂ ਤੰਦੀਆਂ ਛੇੜੀਆਂ ਨਾ ਤੇ ਅੰਮ੍ਰਿਤ ਉਤਰਦਾ ਸੀ ਇਹਨਾਂ ਦੀ ਰਸਨਾ ਤੇ। ਬੜੇ ਸੋਹਣੇ ਢੰਗ ਨਾਲ ਮਹਾਰਾਜ ਜੀ ਦੇ ਦਰਬਾਰ ਵਿੱਚ ਸਾਹਿਬ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਕੀਤਾ। ਥਿਰ ਚਿਤ ਜਬੈ ਥਿਰੇ ਸਮੁਦਾਏ, ਜਦੋਂ ਕੀਰਤਨ ਨਾਲ ਸਾਰਿਆਂ ਦੇ ਚਿੱਤ ਥਿਰ ਹੋ ਗਏ। ਕੀਰਤਨ ਨਾਲ ਖਾਲਸਾ ਜੀ ਮਨ ਸ਼ਾਂਤ ਹੁੰਦਾ ਹੈ। ਜਦੋਂ ਸਾਰਿਆਂ ਦੇ ਮਨ ਟਿਕ ਗਏ ਗੁਰਬਾਣੀ ਦੇ ਕੀਰਤਨ ਨਾਲ, ਸਾਰੇ ਟਿਕਾ ਨਾਲ ਬੈਠ ਗਏ। ਤਬ ਸ਼੍ਰੀ ਮੁਖ ਤੇ ਉੱਤਰ ਕਇਓ, ਫਿਰ ਖਾਲਸਾ ਜੀ ਕੀਰਤਨ ਤੋਂ ਬਾਅਦ ਕਥਾ ਦੀ ਮਰਿਆਦਾ ਇਸੇ ਕਰਕੇ ਹੈ। ਪਹਿਲਾਂ ਕਥਾ ਨਹੀਂ ਹੁੰਦੀ, ਪਹਿਲਾਂ ਕੀਰਤਨ ਹੁੰਦਾ ਫਿਰ ਕਥਾ ਹੁੰਦੀ ਹੈ। ਕਿਉਂਕਿ ਕੀਰਤਨ ਨਾਲ ਜਦੋਂ ਐਨ ਮਨ ਟਿਕ ਜਾਂਦੇ ਨੇ, ਫਿਰ ਕਥਾ ਦੀ ਉੱਤੇ ਜਿਹੜੀ ਹੈ ਨਾ, ਉਹ ਕਹਿੰਦੇ ਆ ਨਾ ਜਿਵੇਂ ਲੋਹਾ ਤਾ ਤੇ ਆ ਜੇ ਤੇ ਫਿਰ ਥੋੜਾ ਮਾਰ ਕੇ ਉਹਨੂੰ ਟਾਲਿਆ ਜਾਂਦਾ। ਕੀਰਤਨ ਦੀ ਭੱਠੀ ਦੇ ਵਿੱਚ ਜਦੋਂ ਸਾਡਾ ਮਨ ਰੂਪੀ ਲੋਹਾ ਤਾ ਤੇ ਆ ਜਾਂਦਾ, ਫਿਰ ਕਥਾ ਦੇ ਹਥੋੜੇ ਨਾਲ ਉਹਨੂੰ ਕੜਿਆ ਜਾਂਦਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸ਼ਬਦ ਦੀ ਹੁਣ ਵਿਚਾਰ ਹੋਣ ਲੱਗੀ। ਗੁਰੂ ਕਲਗੀਧਰ ਜੀ ਨੇ ਕਥਾ ਸ਼ੁਰੂ ਕੀਤੀ। ਜਿਹੜੇ ਸਿੱਖ ਦੇ ਸਰੀਰ ਦੇ ਵਿੱਚ ਪ੍ਰੇਤ ਆਇਆ ਸੀ, ਭਾਈ ਨੰਦ ਸਿੰਘ ਨੇ ਆ ਕੇ ਦੱਸਿਆ, ਉਹਦੇ ਬਾਰੇ ਮਹਾਰਾਜ ਕਲਗੀਧਰ ਜੀ ਬੋਲੇ। ਪ੍ਰੇਤ ਲਗਿਓ ਜੈ ਸਿੱਖ ਕੇ ਲਇਓ, ਮਹਾਰਾਜ ਜੀ ਕਹਿਣ ਲੱਗੇ ਜਿਸ ਸਿੱਖ ਨੂੰ ਤੂੰ ਪ੍ਰੇਤ ਲੱਗਾ ਹੋਇਆ ਵੇਖਿਆ ਹੈ, ਸੋਨੇ ਪੜਤ ਹੋਗ ਜਪ ਰਸਨਾ। ਕਿਉਂ ਲੱਗਾ ਉਹਨੂੰ ਪ੍ਰੇਤ? ਮਹਾਰਾਜ ਜੀ ਕਹਿੰਦੇ ਉਹ ਜਪਜੀ ਸਾਹਿਬ ਨਹੀਂ ਪੜਦਾ ਹੋਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਸਿੱਖ ਜਪਜੀ ਸਾਹਿਬ ਦਾ ਪਾਠ ਕਰਦਾ ਹੈ, ਦੁਨੀਆ ਦਾ ਵੱਡੇ ਤੋਂ ਵੱਡਾ ਤਾਕਤਵਰ ਪ੍ਰੇਤ, ਪ੍ਰੇਤ ਤੋਂ ਵੀ ਉੱਪਰ ਦੀ ਕੈਟਾਗਰੀ ਹੁੰਦੀ ਹੈ ਪਿਸਾਚ ਦੀ। ਇਹਨਾਂ ਦੀਆਂ ਵੱਖੋ ਵੱਖਰੀਆਂ ਕੈਟਾਗਰੀਆਂ ਨੇ ਬਲ ਦੇ ਮੁਤਾਬਕ। ਭੂਤ ਵਿੱਚ ਘੱਟ ਬਲ ਹੈ, ਪ੍ਰੇਤ ਵਿੱਚ ਉਹਦੇ ਤੋਂ ਵੱਧ ਹੈ,
ਪਿਸਾਚ ਵਿੱਚ ਉਹਦੇ ਤੋਂ ਵੀ ਵੱਧ ਹੈ। ਇਹ ਵੱਖੋ ਵੱਖਰੇ ਇਹਨਾਂ ਦੇ ਰੁਤਬੇ, ਜਿਵੇਂ ਮਨੁੱਖੀ ਸਰੀਰਾਂ ਵਿੱਚ ਹੁੰਦਾ ਨਾ ਬਲ, ਵੀ ਕੋਈ ਰਾਜ ਸੱਤਾ ਵਿੱਚ ਹੋਵੇ ਉਹਦਾ ਕਿੰਨਾ ਬਲ ਹੁੰਦਾ, ਜਿਹੜੀ ਆਮ ਪ੍ਰਜਾ ਹੁੰਦੀ ਉਹਦਾ ਕਿੰਨਾ ਕੁ ਬਲ ਹੁੰਦਾ ਹੈ, ਜਿਹਦੇ ਕੋਲ ਕੋਈ ਅਫਸਰੀ ਲੈਣ ਆ ਉਹਦੇ ਕੋਲ ਕਿੰਨਾ। ਇਦਾਂ ਇਹਨਾਂ ਵਿੱਚ ਵੀ ਕੈਟਾਗਰੀਆਂ ਨੇ। ਖਾਲਸਾ ਜੀ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਉਹਦੇ ਤੇ ਕਦੇ ਦੁਨੀਆ ਦੇ ਕਿਸੇ ਪ੍ਰੇਤ ਦਾ ਪ੍ਰਭਾਵ ਨਹੀਂ ਪੈ ਸਕਦਾ। ਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਜਿਹੜੀਆਂ ਮਾੜੀਆਂ ਹਵਾਵਾਂ ਨੇ ਉਹਨਾਂ ਦੇ ਸਰੀਰ ਦੇ ਉੱਤੇ ਆਪਣਾ ਅਸਰ ਨਹੀਂ ਪਾ ਸਕਦੀਆਂ। ਆ ਰੋਂਦੇ ਫਿਰਦੇ ਆ ਕਈ ਲੋਕ ਬਾਬਿਆਂ ਦੇ ਕੋਲ ਜਾ ਕੇ, ਪਖੰਡੀਆਂ ਦੇ ਕੋਲ। ਸੁਣ ਲੈਣ ਉਹ ਭਾਈ ਸਾਰੇ ਕੰਨ ਖੋਲ ਕੇ, ਜੇ ਜਪਜੀ ਸਾਹਿਬ ਦੀ ਗੁਰਬਾਣੀ ਨਾਲ ਜੁੜੇ ਹੋ ਫਿਰ ਇਹ ਭਾਈ ਤੁਹਾਨੂੰ ਕਿਸੇ ਬਾਬਿਆਂ ਸਿਆਣਿਆਂ ਕੋਲ ਜਾਣ ਦੀ ਲੋੜ ਨਹੀਂ, ਨਹੀਂ ਤਾਂ ਉੱਥੇ ਠੋਕਰਾਂ ਖਾਂਦੇ ਫਿਰੋਗੇ ਆਵਾ ਗਾਉਣ ਦੇ ਚੱਕਰਾਂ ਵਿੱਚ। ਗੁਰੂ ਪਾਤਸ਼ਾਹ ਜੀ ਦੀ ਬਾਣੀ ਨਾ ਸਾਰੀਆਂ ਮਾੜੀਆਂ ਬਲਾਵਾਂ ਤੋਂ ਸਾਨੂੰ ਬਚਾਉਂਦੀ ਹੈ। ਤੰਤ ਮੰਤ ਨਾ ਜੋ ਹੀ ਤਿਤ ਚਾਖ ਨਾ ਲੱਗੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਪ੍ਰਤਾਪ ਹੈ। ਤੋ ਮਹਾਰਾਜ ਜੀ ਕਹਿੰਦੇ ਜਿਹੜੇ ਸਿੱਖ ਨੂੰ ਪ੍ਰੇਤ ਲੱਗਾ ਹੈ ਉਹਦਾ ਕਾਰਨ ਹੈ। ਇਦਾਂ ਨਹੀਂ ਬਿਨਾਂ ਕਾਰਨ ਤੋਂ ਕੋਈ ਕੰਮ ਹੁੰਦਾ। ਕਾਰਨ ਤੋਂ ਕਾਰਜ ਦੀ ਉਤਪਤੀ ਹੁੰਦੀ ਹੈ। ਕੋਈ ਕਾਰਨ ਹੋਵੇ ਨਾ ਉਹਦੇ ਤੋਂ ਕਾਰਜ ਬਣਦਾ ਹੈ। ਜੇ ਕਾਰਨ ਹੀ ਨਾ ਹੋਵੇ ਤੇ ਫਿਰ ਕਾਰਜ ਨਹੀਂ ਹੁੰਦਾ। ਅਗਰ ਕਿਸੇ ਦੇ ਉੱਤੇ ਇਦਾਂ ਦਾ ਕੋਈ ਪ੍ਰਭਾਵ ਹੈ ਉਹਦਾ ਕਾਰਨ ਹੈ। ਕਾਰਨ ਹੈ ਕਿ ਉਹ ਗੁਰਬਾਣੀ ਨਹੀਂ ਪੜ੍ਹਦੇ ਹੋਣੇ। ਗੁਰਬਾਣੀ ਦਾ ਪ੍ਰਭਾਵ ਨਹੀਂ ਹੋਵੇਗਾ, ਘਰ ਵਿੱਚ ਕੋਈ ਕੁਰੈਤਾਂ ਹੁੰਦੀਆਂ ਹੋਣਗੀਆਂ, ਘਰ ਦੇ ਵਿੱਚ ਕੋਈ ਮਾਹੌਲ ਉਦਾਂ ਦਾ ਹੋਵੇਗਾ ਮਨਮੁਖਾਂ ਵਾਲਾ, ਤਦੇ ਇਦਾਂ ਦੀ ਵਿਅਕਤੀ ਬਣਦੀ ਹੈ। ਤੋ ਜਿਨ੍ਹਾਂ ਘਰਾਂ ਵਿੱਚ ਗੁਰਬਾਣੀ ਦਾ ਪਹਿਰਾ ਹੈ, ਜਿਨ੍ਹਾਂ ਘਰਾਂ ਵਿੱਚ ਗੁਰਬਾਣੀ ਦਾ ਜਾਪ ਹੁੰਦਾ ਹੈ, ਉਹਨਾਂ ਘਰਾਂ ਵਿੱਚ ਤਾਂ ਦੇਵ ਰੂਹਾਂ ਵਸਦੀਆਂ ਨੇ, ਪ੍ਰੇਤ ਰੂਹਾਂ ਨਹੀਂ ਵਸਦੀਆਂ। ਜਿਨ੍ਹਾਂ ਘਰਾਂ 'ਚ ਗੁਰਬਾਣੀ ਨਹੀਂ ਉੱਥੇ ਤਾਂ ਸਾਖਸ਼ਾਤ ਜੀਵਦੇ ਜਾਗਦੇ ਬੰਦੇ ਪ੍ਰੇਤਾਂ ਵਰਗੇ ਨੇ। ਦੂਜੇ ਤਾਂ ਆਉਣੇ ਹੀ ਆ ਉਹਨਾਂ ਦੇ ਸਾਥੀ, ਉਹ ਤਾਂ ਆਪ ਭੂਤਾਂ ਪ੍ਰੇਤਾਂ ਦੇ ਤੁੱਲ ਨੇ ਭਾਈ। ਜਿੱਥੇ ਮਹਾਂਪੁਰਸ਼ਾਂ ਸਾਧੂਆਂ ਦੀ ਸੇਵਾ ਨਾ ਹੋਵੇ, ਜਿੱਥੇ ਗੁਰਬਾਣੀ ਦੀ ਸੇਵਾ ਨਹੀਂ, ਪਰਮੇਸ਼ਰ ਦਾ ਭਜਨ ਨਹੀਂ, ਉਹ ਘਰ ਤਾਂ ਸ਼ਮਸ਼ਾਨ ਭੂਮੀਆਂ ਹੀ ਹਨ ਗੁਰਮੁਖੋ ਪਿਆਰਿਓ। ਉੱਥੇ ਵਸਣ ਵਾਲੇ ਜੀਵਦੇ ਜਾਗਦੇ ਲੋਕ ਭੂਤ ਪ੍ਰੇਤਾਂ ਦੇ ਸਮਾਨ ਹਨ। ਤੋ ਪਾਤਸ਼ਾਹ ਕਹਿਣ ਲੱਗੇ ਜਿਹੜੇ ਸਿੱਖ ਨੂੰ ਪ੍ਰੇਤ ਲੱਗਾ ਭਾਈ ਉਹਦਾ ਕਾਰਨ ਹੈ ਕਿ ਉਹ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਹੋਣਾ, ਜਪਜੀ ਸਾਹਿਬ ਦੀ ਬਾਣੀ ਨਹੀਂ ਪੜ੍ਹਦਾ ਹੋਣਾ ਰਸਨਾ ਨਾਲ। ਜਿਨੋ ਕੰਠ ਤਿਨ ਪਰ ਕਛ ਬਸ ਨਾ। ਜਿਨ੍ਹਾਂ ਨੂੰ ਜਪਜੀ ਸਾਹਿਬ ਦੀ ਬਾਣੀ ਜ਼ੁਬਾਨੀ ਕੰਠ ਹੈ ਉਹਨਾਂ ਉੱਤੇ ਦੁਨੀਆ ਦੇ ਕਿਸੇ ਭੂਤ ਪ੍ਰੇਤ ਦਾ ਕੋਈ ਵਸ ਨਹੀਂ ਚੱਲ ਸਕਦਾ। ਜਪਜੀ ਜਿਹਨਾਂ ਕੰਠ ਹੋ ਕੇ ਹਿਰਦੇ 'ਚ ਵਸਦੀ ਹੈ ਨਾ, ਕਈ ਵਾਰ ਅਸੀਂ ਕੰਠ ਨਾ ਹੋਵੇ ਉਦਾਂ ਹੀ ਪੜ੍ਹਦੇ ਹਾਂ, ਉਹ ਪੜ੍ਹ ਕੇ ਹਿਰਦੇ 'ਚ ਨਹੀਂ ਵਸਦੀ। ਜਦੋਂ ਕੰਠ ਹੋ ਗਈ ਉਹ ਤਾਂ ਦਿਮਾਗ 'ਚ ਹੀ ਹੈ ਨਾ, ਉਹਦੀ ਛਾਪ ਉਹ ਤਾਂ ਫਿਰ ਦਿਮਾਗ 'ਚ ਹੀ ਰਹਿੰਦੀ ਹੈ ਨਾ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਇਹ ਤਾਂ ਬਹਾਨਾ ਹੀ ਹੁੰਦਾ ਜੀ ਸਾਨੂੰ, ਅਸੀਂ ਪੜ੍ਹੇ ਲਿਖੇ ਨਹੀਂ ਹਾਂ। ਮੈਂ ਉਹਨਾਂ ਗੁਰਮੁਖਾਂ ਦੇ ਦਰਸ਼ਨ ਵੀ ਕੀਤੇ ਆ ਜਿਹੜੇ ਪੜ੍ਹੇ ਲਿਖੇ ਨਹੀਂ, ਪਰ ਗੁਰਬਾਣੀ ਨੂੰ ਸੁਣ ਸੁਣ ਕੇ ਗੁਰੂ ਗ੍ਰੰਥ ਸਾਹਿਬ ਉਹਨਾਂ ਨੂੰ ਚੇਤੇ ਹੋ ਗਿਆ। ਸਾਡੇ ਨਗਰ ਵਿੱਚ ਗੁਰਮੁਖ ਗ੍ਰੰਥੀ ਸਿੰਘ ਜੀ ਹੁੰਦੇ ਸਨ, ਛੋਟੇ ਜਿਹੇ ਬਾਲ ਰੂਪ 'ਚ ਉਹਨਾਂ ਦੇ ਦਰਸ਼ਨ ਕੀਤੇ। ਪਾਕਿਸਤਾਨ ਤੋਂ ਆਏ ਸਨ ਤੇ ਬਹੁਤ ਲੰਮੀ ਆਯੂ ਹੋਈ ਉਹਨਾਂ ਦੀ। ਤੋ ਉਹਨਾਂ ਨੂੰ ਹੋਰ ਕੋਈ ਅੱਖਰ ਨਹੀਂ ਸੀ ਪੜ੍ਹਨੇ ਆਉਂਦੇ, ਅਖਬਾਰ ਦੇ ਦੇਣੀ ਜਾਂ ਹੋਰ, ਉਹ ਪੰਜਾਬੀ ਨਹੀਂ ਸੀ ਪੜ੍ਹ ਸਕਦੇ ਨਾ। ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਉਹ ਪੜ੍ਹ ਲੈਣ। ਪੁੱਛਿਆ ਵੀ ਇਹ ਬਾਪੂ ਜੀ, ਕਹਿੰਦੇ ਅਸੀਂ ਸੁਣਦੇ ਸੀ ਨਾਲ ਨਾਲ ਤੇ ਅੱਖਰਾਂ ਨੂੰ ਇਦਾਂ ਲਿਖਦੇ ਸੀ ਜ਼ਮੀਨ ਤੇ, ਹੋਰ ਨਹੀਂ ਪੰਜਾਬੀ ਸਾਨੂੰ ਲਿਖਣੀ ਆਉਂਦੀ। ਸੈਨ ਵੀ ਅੰਗੂਠਾ ਲਾਇਆ ਕਰਦੇ ਸੀ। ਹੋਰ ਬੜੇ ਗੁਰਮੁਖਾਂ ਦੇ ਇਹੋ ਜਿਹੇ ਦਰਸ਼ਨ ਹੋਏ ਜਿਨ੍ਹਾਂ ਨੇ ਸੁਣ ਸੁਣ ਕੇ ਬਾਣੀ ਯਾਦ ਕੀਤੀ ਹੋਈ ਹੈ। ਜੇ ਪੜ੍ਹਨਾ ਨਹੀਂ ਆਉਂਦਾ ਨਾ ਤੇ ਜਪਜੀ ਸਾਹਿਬ ਦੀ ਬਾਣੀ ਤਾਂ ਹਰ ਬਜ਼ੁਰਗ ਨੂੰ ਯਾਦ ਹੁੰਦੀ ਹੈ। ਕਿਸੇ ਨੂੰ ਸ਼ਲੋਕ ਫਰੀਦ ਜੀ ਦੇ ਚੇਤੇ ਹੁੰਦੇ ਹੈ, ਉਹ ਸੁਣ ਸੁਣ ਕੇ ਗੁਰਬਾਣੀ ਯਾਦ ਕੀਤੀ ਹੋਈ ਹੈ ਗੁਰਮੁਖਾਂ ਨੇ। ਤੇ ਜਿਨ੍ਹਾਂ ਦੇ ਮਹਾਰਾਜ ਜੀ ਕਹਿੰਦੇ ਗੁਰਬਾਣੀ ਜਪਜੀ ਸਾਹਿਬ ਦੀ ਕੰਠ ਹੈ ਨਾ, ਜਿਨੋਂ ਕੰਠ ਤਿਨ ਪਰ ਕੁਛ ਬਸ ਨਾ। ਜਿਨ੍ਹਾਂ ਨੂੰ ਜਪਜੀ ਸਾਹਿਬ ਦੀ ਬਾਣੀ ਕੰਠ ਹੈ ਉਹਨਾਂ ਤੇ ਦੁਨੀਆ ਦੇ ਕਿਸੇ ਭੂਤ ਪ੍ਰੇਤ ਦਾ ਕੋਈ ਵਸ ਨਹੀਂ ਚੱਲਦਾ। ਜਪਜੀ ਬਾਣੀ ਜਿਨ੍ਹਾਂ ਦੇ ਕੰਠ ਵਿੱਚ ਹੈ। ਨਿਕਟ ਖਾਲਸਾ ਗੁਰ ਬਚ ਸੁਨਿਓ। ਜਦੋਂ ਕਲਗੀਧਰ ਜੀ ਨੇ ਬਚਨ ਕਹੇ ਸਾਰੇ ਖਾਲਸੇ ਨੇ ਸੁਣੇ। ਮਹਾਰਾਜ ਜੀ ਦਾ ਸਾਰਾ ਖਾਲਸਾ ਸਤਿਗੁਰਾਂ ਦੇ ਦਰਬਾਰ ਵਿੱਚ ਸੀ। ਉਸ ਵਕਤ ਜਿੰਨੇ ਖਾਲਸੇ ਨੇ ਮਹਾਰਾਜ ਜੀ ਦੇ ਬਚਨ ਸੁਣੇ। ਬੂਜਨ ਕਾਰਨ ਨੀਕੇ ਭਨਿਓ। ਮਹਾਰਾਜ ਜੀ ਨੂੰ ਹੱਥ ਜੋੜ ਕੇ ਕਾਰਨ ਪੁੱਛਣ ਲੱਗੇ। ਸ਼੍ਰੀ ਪ੍ਰਭ ਪਾਤਸ਼ਾਹ ਗੁਰ ਸਾਚੇ। हे ਸੱਚੇ ਪਾਤਸ਼ਾਹ, हे ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ, ਅਸੀਂ ਆਪ ਜੀ ਦੇ ਪਾਵਨ ਅੰਮ੍ਰਿਤ ਬਚਨ ਸੁਣੇ ਹਨ। ਖਾਲਸਾ ਜੀ
ਦੁਨੀਆ ਵਿੱਚ ਗੁਰੂ ਹਨ, ਪਰ ਗੁਰੂ ਪਾਤਸ਼ਾਹ ਕੇਵਲ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਹਨ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਦੁਨੀਆ ਦੇ ਜਿੰਨੇ ਗੁਰੂ ਨੇ ਉਹਨਾਂ ਨੂੰ ਕੱਲਾ ਗੁਰੂ ਕਿਹਾ ਜਾਂਦਾ। ਗੁਰੂ ਸ਼ੰਕਰਾਚਾਰਿਆ ਕਿਹਾ ਜਾਂਦਾ ਜਾਂ ਗੁਰੂ ਵੱਲਭਾਚਾਰਿਆ ਕਿਹਾ ਜਾਂਦਾ, ਪਰ ਗੁਰੂ ਨਾਲ ਪਾਤਸ਼ਾਹ ਸ਼ਬਦ ਦਾ ਸੰਬੋਧਨ ਕੇਵਲ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਹੁੰਦਾ, 10 ਪਾਤਸ਼ਾਹੀਆਂ ਨਾਲ ਹੁੰਦਾ। ਕਿਉਂਕਿ ਸਤਿਗੁਰੂ ਜੀ ਜਿੱਥੇ ਗੁਰੂ ਨੇ ਉੱਥੇ ਪਾਤਸ਼ਾਹ ਵੀ ਹਨ, ਔਰ ਇੱਥੇ ਲੋਕ ਦੇ ਹੀ ਨਹੀਂ ਪਰ ਲੋਕ ਦੇ ਵੀ ਪਾਤਸ਼ਾਹ ਹਨ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਦੇਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ, ਦੇਨ ਦੁਨੀ ਦਾ ਪਾਤਸ਼ਾਹ। ਸਤਿਗੁਰੂ ਦੇਨ ਦੁਨੀਆਂ ਦੋਹਾਂ ਜਹਾਨਾਂ ਦੇ ਪਾਤਸ਼ਾਹ ਹਨ। ਸੋ ਐਸੇ ਪਾਤਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਿੰਘ ਕਹਿੰਦੇ, ਹੇ ਸੱਚੇ ਪਾਤਸ਼ਾਹ ਜੀ ਸੁਣੋ। ਦੇਹੋ ਬਤਾਏ ਸੰਸੈ ਚਿਤ ਰਾਚੇ। ਮਹਾਰਾਜ ਜੀ ਸਾਡੇ ਮਨਾਂ 'ਚ ਕੁਝ ਸੰਦੇਹ ਹਨ, ਆਪ ਜੀ ਕਿਰਪਾ ਕਰਕੇ ਸਾਡੇ ਸੰਦੇਹ ਨਿਰਵਿਰਤ ਕਰੋ। ਲੇਤ ਮੁਕਤ ਜਪ ਪਾਠਕ ਜੋਏ। ਮਹਾਰਾਜ ਜੀ ਜਪਜੀ ਸਾਹਿਬ ਦੀ ਜਿਹੜੇ ਗੁਰਮੁਖ ਮਾਈ ਭਾਈ ਬਾਣੀ ਪੜ੍ਹਦੇ ਨੇ ਜਾਂ ਸੁਣਦੇ ਨੇ, ਮਹਾਰਾਜ ਜੀ ਉਹਨਾਂ ਨੂੰ ਮੁਕਤੀ ਮਿਲਦੀ ਹੈ, ਮੋਕਸ਼ ਮੁਕਤੀ। ਮਹਾਰਾਜ ਜੀ ਜਿਹੜੇ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਨੇ, ਕਿ ਉਹਨਾਂ ਨੂੰ ਮੁਕਤੀ ਮਿਲਦੀ ਹੈ। ਕੈ ਸਰੀਰ ਕੀ ਰੱਛਾ ਹੋਏ। ਜਾਂ ਫਿਰ ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਸਰੀਰ ਦੀ ਰੱਛਾ ਹੁੰਦੀ, ਦੋਨਾਂ ਚ ਇੱਕ ਹੀ ਹੋਵੇਗਾ ਨਾ। ਜਾਂ ਕੇਵਲ ਆ ਜਿਹੜਾ ਬਾਹਰਲਾ ਸਰੀਰ ਹੈ ਇਹਦੀ ਰੱਖਿਆ ਹੁੰਦੀ ਹੈ, ਜਾਂ ਫਿਰ ਜਿਹੜੇ ਅੰਦਰਲੇ ਬੰਧਨ ਨੇ ਉਹ ਕੱਟੇ ਜਾਂਦੇ ਨੇ ਤੇ ਮੁਕਤੀ ਹੁੰਦੀ ਹੈ। ਵੀ ਦੋਵਾਂ ਕੰਮਾਂ ਚੋਂ ਇੱਕ ਹੀ ਹੋਵੇਗਾ ਨਾ, ਵੀ ਜਾਂ ਮੁਕਤੀ ਹੋਵੇਗੀ ਜਾਂ ਸਰੀਰ ਦੀ ਰੱਛਿਆ ਹੋਵੇਗੀ। ਜੇ ਸਰੀਰ ਦੀ ਰੱਛਿਆ ਹੋਵੇਗੀ ਤੇ ਮੁਕਤੀ ਕਿਵੇਂ ਹੋਏਗੀ, ਜੇ ਮੁਕਤੀ ਹੋਵੇਗੀ ਤੇ ਸਰੀਰ ਦੀ ਰੱਛਿਆ ਕਿਵੇਂ ਹੋਵੇਗੀ? ਕਿਉਂਕਿ ਸਰੀਰ ਤੋਂ ਤਾਂ ਮੁਕਤੀ ਚਾਹੀਦੀ ਹੈ ਨਾ। ਤੇ ਜੇ ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਸਰੀਰ ਦੀ ਰੱਛਿਆ ਹੁੰਦੀ ਹੈ ਤੇ ਫਿਰ ਤਾਂ ਸਰੀਰ ਨਾਲ ਹੀ ਜੁੜ ਗਏ, ਫਿਰ ਮੁਕਤੀ ਕਿਵੇਂ ਹੋਵੇਗੀ? ਸਵਾਲ ਹੈ। ਮਹਾਰਾਜ ਸਾਡਾ ਸੰਦੇਹ ਇਹ ਹੈ ਕਿ ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਮੁਕਤੀ ਮਿਲਦੀ ਹੈ ਜਾਂ ਫਿਰ ਇਸ ਸਰੀਰ ਦੀ ਰੱਖਿਆ ਹੁੰਦੀ ਹੈ। ਇਹਦੇ ਵਿੱਚੋਂ ਦੋਹਾਂ ਵਿੱਚੋਂ ਜਿਹੜਾ ਇੱਕ ਕੰਮ ਹੁੰਦਾ ਉਹ ਸਾਨੂੰ ਦੱਸੋ। ਇਹ ਨਿਰਣੈ ਹਮ ਪਾਵੇਂ ਜੈਸੇ। ਨਿਰਣਾ ਸਾਨੂੰ ਕਿਵੇਂ ਪ੍ਰਾਪਤ ਹੋਵੇ, ਅਸੀਂ ਕਿਵੇਂ ਇਸ ਗੱਲ ਦਾ ਨਿਰਣਾ ਕਰੀਏ? ਸਿੱਖਨ ਹਿਤ ਉਚਾਰੋ ਤੈਸੇ। ਆਪਣੇ ਸਿੱਖਾਂ ਵਾਸਤੇ ਉਹੀ ਹੇਤ ਮਹਾਰਾਜ ਜੀ ਆਪ ਜੀ ਉਚਾਰਨ ਕਰੋ। ਸ਼੍ਰੀ ਮੁਕਤੇ ਫੁਰਮਾਵਨ ਕੀਨ। ਉਸ ਵਕਤ ਕਲਗੀਧਰ ਸਵਾਮੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਬੋਲੇ, ਅੰਮ੍ਰਿਤ ਫਲ ਕਿਸਹੂ ਕਰ ਲੀਨ। ਕਿਉਂਕਿ ਕੋਈ ਵੀ ਗੱਲ ਪੂਰਨ ਤੌਰ ਤੇ ਸਪਸ਼ਟ ਉਦੋਂ ਹੁੰਦੀ ਹੈ ਜਦੋਂ ਉਦਾਹਰਣ ਦੇ ਕੇ ਸਮਝਾਇਆ ਜਾਵੇ, ਪ੍ਰਮਾਣ ਦੇ ਕੇ ਸਮਝਾਇਆ। ਪ੍ਰਮਾਣ ਨਾ ਹੋਵੇ ਤਾਂ ਪ੍ਰਮਾਣ ਬਿਨਾਂ ਤਾਂ ਸਮਝ ਨਹੀਂ ਆਉਂਦੀ। ਤੂੰ ਪ੍ਰਮਾਣ ਤਾਂ ਦੇਣਾ ਪਵੇਗਾ। ਸਤਿਗੁਰੂ ਪ੍ਰਮਾਣ ਦਿੰਦੇ, ਉਦਾਹਰਣ ਦਿੰਦੇ ਨੇ, ਕਹਿੰਦੇ ਕਿਸੇ ਨੂੰ ਅੰਮ੍ਰਿਤ ਫਲ ਦੀ ਪ੍ਰਾਪਤੀ ਹੋ ਗਈ। ਅੰਮ੍ਰਿਤ ਫਲ ਹੁੰਦਾ ਨਾ, ਕਹਿੰਦੇ ਕਿਸੇ ਨੂੰ ਅੰਮ੍ਰਿਤ ਫਲ ਪ੍ਰਾਪਤ ਹੋਇਆ, ਜੋ ਅਚ ਲਹੇ ਅਮਰ ਹੋਏ ਜਾਏ। ਅੰਮ੍ਰਿਤ ਫਲ ਦਾ ਇਹ ਮਹਾਤਮ ਹੈ ਵੀ ਜਿਹੜਾ ਛਕ ਲੈਂਦਾ ਉਹ ਅਮਰ ਪਦਵੀ ਨੂੰ ਪ੍ਰਾਪਤ ਹੋ ਜਾਂਦਾ। ਅੰਮ੍ਰਿਤ ਫਲ ਜਿਹਨੇ ਖਾ ਲਿਆ ਉਹ ਅਮਰ ਫਲ ਖਾ ਕੇ ਅਮਰ ਹੋ ਗਿਆ। ਭੂਖ ਤ੍ਰਿਖਾ ਪੀ ਦੁਖ ਬਿਨਸਾਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਅੰਮ੍ਰਿਤ ਫਲ ਖਾਦਾ ਕੀ ਕੱਲਾ ਅਮਰ ਹੀ ਹੋਇਆ ਕਿ ਉਹਦਾ ਢਿੱਡ ਵੀ ਭਰਿਆ? ਕਹਿੰਦੇ ਜਦੋਂ ਅਮਰ ਫਲ ਖਾਦਾ, ਜਿੱਥੇ ਉਹ ਅਮਰ ਹੋਇਆ ਉੱਥੇ ਉਹਦੀ ਭੁੱਖ ਤੇ ਪਿਆਸ ਵੀ ਮਿਟ ਗਈ। ਢਿੱਡ ਦੀ ਜਿਹੜੀ ਭੁੱਖ ਸੀ ਉਹ ਵੀ ਖਤਮ ਹੋਈ ਨਾ, ਭੁੱਖ ਵੀ ਖਤਮ ਹੋਈ। ਕੱਲਾ ਅਮਰ ਹੀ ਤਾਂ ਨਹੀਂ ਹੋਇਆ ਉਹ। ਅੰਮ੍ਰਿਤ ਫਲ ਦਾ ਖਾਣ ਦਾ ਮਤਲਬ ਹੁੰਦਾ ਵੀ ਅਮਰ ਹੋ ਜਾਣਾ। ਉਹ ਕੱਲਾ ਅਮਰ ਤਾਂ ਨਹੀਂ ਹੋਇਆ, ਜਿੱਥੇ ਉਹ ਅਮਰ ਹੋਇਆ ਉੱਥੇ ਉਸ ਅਮਰ ਫਲ ਨੂੰ ਖਾ ਕੇ ਉਹਦੀ ਭੁੱਖ ਤੇ ਪਿਆਸ ਵੀ ਤਾਂ ਮਿਟੀ, ਢਿੱਡ ਦੀ ਭੁੱਖ ਵੀ ਤਾਂ ਖਤਮ ਹੋਈ। ਸਰੀਰ ਜਿਹੜਾ ਬਾਹਰਲਾ ਸਥੂਲ ਸਰੀਰ ਸੀ ਇਹਦੀ ਵੀ ਤਾਂ ਰੱਖਿਆ ਹੋਈ ਉਹਦੇ ਨਾਲ, ਯਾਨੀ ਕਿ ਉਹਦੇ ਪੇਟ ਦੀ ਜਿਹੜੀ ਭੁੱਖ ਤੇ ਪਿਆਸ ਸੀ ਉਹ ਵੀ ਸ਼ਾਂਤ ਹੋਈ। ਅੰਮ੍ਰਿਤ ਫਲ ਜਿਮ ਦੋਨੋਂ ਕਰੇ। ਜਿਵੇਂ ਅੰਮ੍ਰਿਤ ਫਲ ਦੋਵੇਂ ਕੰਮ ਕਰਦਾ ਹੈ, ਸਰੀਰ ਦੀ ਰੱਖਿਆ ਵੀ ਕੀਤੀ ਤੇ ਅਮਰ ਵੀ ਕਰ ਦਿੱਤਾ। ਦੋਵੇਂ ਕੰਮ ਕੀਤੇ ਨਾ ਅੰਮ੍ਰਿਤ ਫਲ ਨੇ। ਅੰਮ੍ਰਿਤ ਫਲ ਜਿਵੇਂ ਦੋਵੇਂ ਕੰਮ ਕਰਦਾ ਹੈ, ਤਥਾ ਸ਼ਕਤ ਜਪ ਜੀ ਜੁਗ ਤਰੇ। ਇਸੇ ਤਰ੍ਹਾਂ ਜਪਜੀ ਸਾਹਿਬ ਦੀ ਬਾਣੀ ਵਿੱਚ ਦੋਵੇਂ ਸ਼ਕਤੀਆਂ ਹਨ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਮੁਕਤੀ ਵੀ ਦਿੰਦੀ ਹੈ ਤੇ ਸਰੀਰ ਦੀ ਰੱਖਿਆ ਵੀ ਕਰਦੀ ਹੈ।
ਐਸਾ ਨਹੀਂ ਵੀ ਕੱਲੀ ਮੁਕਤੀ ਦੇਵੇਗੀ ਜਾਂ ਕੱਲੀ ਸਰੀਰ ਦੀ ਰੱਖਿਆ, ਇਹਦੇ ਵਿੱਚ ਵੀ ਦੋਵੇਂ ਸ਼ਕਤੀਆਂ ਨੇ। ਇਹਦੇ ਨਾਲ ਸਰੀਰ ਦੀ ਰੱਖਿਆ ਵੀ ਹੋ ਗਈ, ਇਹਦੇ ਨਾਲ ਮੁਕਤੀ ਵੀ ਪ੍ਰਾਪਤ ਹੋ ਗਈ। ਤਨ ਕੀ ਰੱਛਾ ਮੁਕਤ ਪਦਾਰਥ। ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਸਰੀਰ ਦੀ ਰੱਖਿਆ ਹੋਈ ਹੈ। ਭੂਤ ਪ੍ਰੇਤ ਜਿਹੜੇ ਨਹੀਂ ਆਉਂਦੇ, ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਰੱਖਿਆ ਸਰੀਰ ਦੀ ਹੋ ਗਈ, ਕਿਉਂਕਿ ਉਹ ਤਾਂ ਸਰੀਰ 'ਚ ਹੀ ਆਉਂਦੇ ਆ ਨਾ, ਸਰੀਰ ਦੀ ਰੱਖਿਆ ਹੋ ਗਈ। ਤੇ ਫਿਰ ਜਦੋਂ ਇਹ ਸਰੀਰ ਨੂੰ ਛੱਡ ਕੇ ਮੁਕਤ ਹੋਣਾ ਹੈ, ਉਹ ਮੁਕਤੀ ਦੀ ਅਵਸਥਾ ਵੀ ਜਪਜੀ ਸਾਹਿਬ ਦੀ ਬਾਣੀ 'ਚੋਂ ਹੀ ਪ੍ਰਾਪਤ ਹੋਣੀ ਹੈ। ਦੋਵੇਂ ਸ਼ਕਤੀਆਂ ਆ ਗਈਆਂ ਜਪਜੀ ਸਾਹਿਬ ਦੀ ਬਾਣੀ ਨਾਲ, ਦੋਵੇਂ ਕਲਾਵਾਂ ਪ੍ਰਾਪਤ ਹੋ ਗਈਆਂ। ਮੁਕਤ ਪਦਾਰਥ ਵੀ ਮਿਲ ਗਿਆ ਔਰ ਸਰੀਰ ਦੀ ਰੱਖਿਆ ਵੀ ਹੋ ਗਈ। ਦੇ ਦੋਨੋਂ ਕੋ ਸਦਾ ਸਕਾਰਤ। ਜਪਜੀ ਸਾਹਿਬ ਦੀ ਇਹ ਪਾਵਨ ਅੰਮ੍ਰਿਤ ਬਾਣੀ ਦੋਨੇ ਹੀ ਫਲ ਦਿੰਦੀ ਹੈ, ਦੋਨੇ ਹੀ। ਮੁਕਤੀ ਵੀ ਪ੍ਰਦਾਨ ਕਰਦੀ ਹੈ, ਤਨ ਦੀ ਰੱਖਿਆ ਵੀ ਕਰਦੀ ਹੈ।